दीजा नाम प्यारी जी ਉਹ ਫਿਰ ਕਰਮ ਕਰਦਾ ਤੇ ਆਪ ਜੀ ਮਹਾਂਪੁਰਖਾਂ ਕੋਲੋਂ ਕਰਮ ਦੀ ਗੱਲ ਸੁਣ ਰਹੇ ਸੀ ਵੀ ਬਾਣੀ ਪੜ੍ਹਨੀ ਹੈ, ਨਿਤਨੇਮ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਇਹ ਸਵਾਲ ਕੀਤੇ ਗੁਰਮੁਖਾਂ ਨੇ, ਅਸੀਂ ਵੀ ਕਹਾਂਗੇ ਨਿਤਨੇਮ ਕਰਕੇ ਕੀ ਮਿਲ ਜੂਗਾ, ਸਵਾਲ ਹੈ ਨਾ। ਜਪਜੀ ਸਾਹਿਬ ਕਿਹਾ ਮਹਾਂਪੁਰਖਾਂ ਨੇ ਪੜ੍ਹੋ, ਜਪਜੀ ਸਾਹਿਬ ਨਾਲ ਕੀ ਮਿਲ ਜੂਗਾ, ਵਾਹਿਗੁਰੂ ਕਹਿ ਕੇ ਕੀ ਮਿਲ ਜੂਗਾ, ਜਾਪ ਸਾਹਿਬ ਪੜ੍ਹ ਕੇ ਕੀ ਮਿਲ ਜੂਗਾ, ਸਵਈਏ ਪੜ੍ਹ ਕੇ ਕੀ ਮਿਲੂ, ਚੌਪਈ ਸਾਹਿਬ ਪੜ੍ਹ ਕੇ, ਆਨੰਦ ਸਾਹਿਬ ਪੜ੍ਹ ਕੇ, ਨਿਤਨੇਮ ਕਰਕੇ ਕੀ ਮਿਲੂਗਾ, ਇਹਦਾ ਸਵਾਲ ਹੈ ਪਹਿਲਾਂ ਇਹ। ਤੇ ਹੁਣ ਆਓ ਵਿਚਾਰ ਕਰੀਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਅਨੰਨ ਸੇਵਕ, ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਆ ਜਿਹੜਾ ਨਿਤਨੇਮ ਹੈ ਇਹਦਾ ਕੀ ਫਲ ਹੈ ਤੇ ਗੁਰਸਿੱਖ ਦੀ ਰਹਿਤ ਕੀ ਹੈ, ਗੁਰਸਿੱਖ ਦੀ ਰਹਿਤ ਕਿਹੜੀ ਹੈ। ਜਿਵੇਂ ਗੁਰੂ ਰਾਮਦਾਸ ਜੀ ਨੇ ਦੱਸੀ ਹੈ, ਗੁਰਸਿੱਖ ਕਹਿੰਦੇ ਕਿਹਨੂੰ ਆ, ਦੱਸਿਆ ਸੀ ਨਾ ਪਹਿਲਾਂ, ਪੌੜੀ ਸੁਣ ਆਪਣੇ ਸਤਸੰਗ ਹੈ, ਫਿਰ ਸੁਣਦਾ ਹੈ, ਫਿਰ ਮੰਨਦਾ ਹੈ, ਫਿਰ ਸਿੱਖ ਬਣਦਾ ਹੈ। ਚੌਥੇ ਥਾਂ ਇੱਥੇ ਨਹੀਂ ਸਿੱਖ ਬਣ ਜਾਂਦਾ, ਸਿੱਖ ਕੋਈ ਬਾਹਰਲੇ ਪਹਿਰਾਵਿਆਂ ਦਾ ਨਾਂ ਨਹੀਂਗਾ। ਹੁਣ ਸਿੱਖ ਦੀ ਡੈਫੀਨੇਸ਼ਨ ਦੱਸ ਰਹੇ ਨੇ ਸਤਿਗੁਰੂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰ ਨਾਮ ਤੇ ਆ। ਹੁਣ ਆਪਾਂ ਆਪਣੇ ਆਪ ਨੂੰ ਪੁੱਛੋ, ਸਿੱਖ ਬਣਦੇ ਆ ਵੀ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਆ, ਜਪਦੇ ਆਪਾਂ। ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਨਿਤਨੇਮ ਦਾ ਫਲ ਕੀ ਹੈ ਤੇ ਗੁਰਸਿੱਖ ਦੀ ਰਹਿਤ ਕੀ ਹੈ। ਤੇ ਗੁਰਬਾਚ ਚੌਪਈ, ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨੰਦ ਲਾਲ ਜੀ ਲਿਖੋ, ਕਹਿੰਦੇ ਕੀ ਲਿਖਿਆ, ਏਦਾਂ ਕਰਕੇ ਸਤਿਗੁਰੂ ਦੱਸਦੇ ਨੇ, ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉਠ ਪਰਬਾਤ ਕਦੇ ਹਿਤ ਚੀਤ। ਕਹਿੰਦੇ ਭਾਈ ਨੰਦ ਲਾਲ ਜੀ ਗੁਰਸਿੱਖ ਰਹਿਤ, ਰਹਿਤ ਕੀ ਹੁੰਦੀ ਹੈ, ਰਹਿਣੀ ਬਹਿਣੀ। ਇਹ ਵੀ ਕਿੱਥੋਂ ਪਤਾ ਲੱਗਦਾ, ਸਤਸੰਗ ਵਿੱਚੋਂ ਆ ਕੇ ਰਹਿਣੀ ਬਹਿਣੀ ਸਹਿਣੀ ਕਹਿਣੀ, ਇਹ ਚਾਰ ਗੱਲਾਂ ਵੀ ਸਤਸੰਗ ਵਿੱਚੋਂ ਆ ਕੇ ਮਿਲਦੀਆਂ। ਜੇ ਤੁਹਾਨੂੰ ਰਹਿਤ ਨਹੀਂ ਪਤਾ ਰਹਿਣੀ, ਜੇ ਤੁਹਾਨੂੰ ਬਹਿਣੀ ਨਹੀਂ ਪਤਾ। ਰਾਤੀ ਸਾਡੀ ਮੀਟਿੰਗ ਸੀ, ਉਹ ਸਾਡਾ 70 ਸਾਲ ਦਾ ਬਾਬਾ, ਉਹ ਸੰਗਤ ਬੈਠੀ, ਉਹਨੂੰ ਪਤਾ ਹੀ ਨਹੀਂ ਮੈਂ ਇੱਥੇ ਕੀ ਕਰਨਾ ਤੇ ਕੀ ਨਹੀਂ ਕਰਨਾ, ਕਿੱਦਾਂ ਦਾ ਬਿਹੇਵ ਕਰਨਾ ਹੈ। ਆ ਸਤਸੰਗੀ ਹੋਣ ਦਾ ਤਾਂ ਹੀ ਫਾਇਦਾ ਜੇ ਸਾਨੂੰ ਇੱਥੇ ਤਾਂ ਆਪਾਂ ਬਗਲੇ ਬਣ ਕੇ ਬਹਿ ਗਏ, ਬਾਹਰ ਕੀ ਕਰਦੇ ਹੋ, ਤੁਹਾਡੀ ਰਹਿਤ ਕਿਹੋ ਜਿਹੀ ਹੈ। ਰਹਿਣੀ ਬਹਿਣੀ, ਇੱਥੇ ਬੈਠਣ ਦਾ ਢੰਗ ਵੀ ਸਿੱਖਣਾ, ਸੰਗਤ ਵਿੱਚ ਆ ਕੇ ਚੌਂਕੜੇ ਲਾ ਕੇ ਗੁਰਸਿੱਖ ਬਣ ਕੇ ਗੁਰੂ ਦੇ ਅਦਬ ਵਿੱਚ ਸੁਣ ਰਹੇ ਸੀ ਬੈਠਣਾ। ਕਿਵੇਂ ਬਹਿਣਾ ਹੈ, ਜਿਵੇਂ ਦੋਸ਼ੀ ਬੰਦਾ ਜੱਜ ਕੋਲੇ ਖੜਦਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਦੋਸ਼ੀ ਬੰਦਾ ਜੱਜ ਕੋਲੇ ਕਿਵੇਂ ਖੜਦਾ ਹੁੰਦਾ ਹੈ, ਡਰ ਦੇ ਨਾਲ ਦੋਸ਼ੀ ਹੈ ਨਾ। ਇਹ ਆਪਾਂ ਕੀ ਕਰਦੇ ਆ ਦਿਨ ਰਾਤ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਦਇਆ ਕਰੋ ਸਨੇਹ ਰੂਪ ਪਾਵੋ। ਇੱਥੇ ਤਾਂ ਦਇਆ ਤੇ ਸਵਾਮੀ ਤੋਂ ਮਿਹਰ ਮੰਗਣ ਆਏ। ਡੁੱਬਦੇ ਪੱਥਰ ਤਾਰੇ, ਤੁਸੀਂ ਤਾਂ ਡੁੱਬਦਿਆਂ ਨੂੰ ਤਾਰਦੇ ਹੋ। ਸਤਿਗੁਰੂ ਮੈਂ ਤੇਰੀ ਸ਼ਰਨ ਚ ਆਇਆ, ਮੇਰੇ ਤੇ ਮਿਹਰ ਕਰ, ਮੇਰੇ ਤੇ ਕਿਰਪਾ ਕਰ। ਇਹ ਨਾ ਹੋਵੇ ਇੱਥੇ ਬੈਠ ਕੇ ਵੀ ਮੇਰਾ ਮਨ ਹੁਜਤਾਂ ਕਰੀ ਜਾਵੇ, ਮੇਰਾ ਮਨ ਸ਼ਰਾਰਤਾਂ ਕਰੀ ਜਾਵੇ, ਇਹ ਗੱਲ ਨਾ ਹੋਵੇ। ਮਨ ਕੀ ਹੁੰਦੇ, ਖਿਆਲ। ਇੰਨੇ ਵਾਰੀ ਦੱਸਿਆ, ਖਿਆਲ ਨਾ ਕੋਈ ਇਹੋ ਜਿਹਾ ਜੇ ਇੱਥੇ ਡਰ ਵਿੱਚ ਬਹਿਣਾ। ਜਦੋਂ ਡਰ ਹੋਊਗਾ ਤੇ ਮਨ ਰੁਕ ਜਾਏਗਾ। ਜੇ ਡਰ ਹੀ ਨਹੀਂ, ਮਨ ਨਹੀਂ ਰੁਕਦਾ ਹੁੰਦਾ, ਫਿਰ ਤਾਂ ਹੀ ਨਹੀਂ ਡਰ। ਡਰ ਕਦੋਂ ਆਊਗਾ, ਜਦੋਂ ਅਸੀਂ ਪਰਮੇਸ਼ਰ ਦੀ ਹੋਂਦ ਨੂੰ ਮੰਨਾਂਗੇ, ਜਦੋਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਾਂਗੇ ਕਿ ਜ਼ਾਹਰ ਜ਼ਹੂਰ ਹੈ ਤੇ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਵੀ ਸਾਹਿਬ ਮੇਰੇ ਦਿਮਾਗ ਦੀਆਂ ਗੱਲਾਂ ਵੀ ਪੜ੍ਹੀ ਜਾਂਦਾ, ਮੇਰੇ ਦਿਮਾਗ 'ਚ ਕੀ ਚੱਲ ਰਹੀਆਂ, ਇੰਨਾ ਅਦਬ ਹੋਣਾ ਚਾਹੀਦਾ।
ਜਿਸ ਨੂੰ ਲਿਖਿਆ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਆਉਂਦਾ ਨਾ ਲਾਵਾਂ ਵਿੱਚ ਪਾਠ, ਇਹਨੂੰ ਕਹਿੰਦੇ ਆ ਨਿਰਮਲ ਭਉ ਪਾਇਆ। ਉਹਦੇ ਪਿਆਰ ਦੇ ਡਰ ਵਿੱਚ ਰਹਿਣਾ ਵੀ ਬਾਪੂ ਗੁੱਸੇ ਨਾਲ ਹੋ ਜੇ, ਆਖੋ ਸਤਿਨਾਮ ਵਾਹਿਗੁਰੂ ਜੀ। ਇਹੋ ਜਿਹਾ ਕੋਈ ਕੰਮ ਨਾ ਕਰਨਾ, ਉਹ ਗੁੱਸੇ ਨਾ ਹੋ ਜੇ, ਨਾਰਾਜ਼ ਨਾ ਹੋ ਜੇ। ਇਹ ਮਨ ਨੂੰ ਸਮਝਾ ਕੇ ਰੱਖਣਾ। ਹਾਂ ਗੁਰੂ ਜੀ ਕਹਿੰਦੇ ਸੁਣੋ ਫਿਰ ਭਾਈ ਨੰਦ ਲਾਲ ਜੀ, ਕਹਿੰਦੇ ਉੱਠ ਕੇ ਗੁਰਸਿੱਖ ਰਹਿ ਤੇ ਸੁਣੋ ਮੇਰੇ ਬੀਤ, ਉੱਠ ਪ੍ਰਭਾਤ ਕਰੈ ਹਿਤ ਚੀਤ। ਕਹਿੰਦੇ ਪ੍ਰਭਾਤ ਅੰਮ੍ਰਿਤ ਵੇਲੇ ਉੱਠ ਕੇ ਰਹਿਣੀ ਬਹਿਣੀ ਸਹਿਣੀ ਕਹਿਣੀ ਬੇਨਤੀ ਕਰ ਰਿਹਾ ਸਾਂ। ਬਹਿਣਾ ਵੀ ਇੱਥੇ ਪਤਾ ਲੱਗੂਗਾ, ਕਹਿਣੀ ਲੋਕਾਂ ਨਾਲ ਬਿਹੇਵ ਕਿਹੋ ਜਿਹਾ ਕਰਨਾ ਇੱਥੋਂ ਪਤਾ ਲੱਗਣਾ। ਇੱਥੋਂ ਗੁਰੂ ਨੇ ਕੀ ਕਿਹਾ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਆ ਪਾਠ ਧਿਆਨ ਨਾਲ ਕੰਨ ਖੋਲ ਕੇ ਸੁਣ ਲਿਓ। ਅਸੀਂ ਪਤਾ ਕੀ ਪੜ੍ਹਦੇ ਆ, ਨਾਨਕ ਫਿੱਕੇ ਬੋਲੀ ਹੈ। ਇਹ ਸਾਡਾ ਇੱਕ ਇੱਥੇ ਮਸਤਾਨਾ ਜਿਹਾ ਹੈ, ਉਹ 2 ਵਾਰੀ ਪੰਗਤੀ ਪੁੱਠੀ ਬੋਲਦਾ ਵੀ ਐ ਨਹੀਂ, ਇਹ ਫਿੱਕੇ ਬੋਲੇ ਆ, ਕਿਉਂਕਿ ਉਹਨੂੰ ਦੱਸਿਆ ਮੇਰਾ। ਇਹ ਸਮਝਾਉਂਦਾ ਵੀ ਫਿੱਕੇ ਬੋਲੇ ਐ। ਉਹ ਸੁਣਨ ਵਾਲਾ ਕਹਿੰਦਾ ਦੁਬਾਰੇ ਪੰਗਤੀ ਕਿਉਂ ਬੋਲੀ ਜਾਂਦਾ। ਹੁਣ ਕਿੱਥੇ ਇਹਦਾ ਅਰਥ ਕੀ ਕਰਾਂਗੇ, ਨਾਨਕ ਫਿੱਕੇ ਬੋਲੀਏ ਵੀ ਗੁਰੂ ਨਾਨਕ ਜੀ ਕਹਿੰਦੇ ਫਿੱਕਾ ਬੋਲੋ। ਸਿਹਾਰੀ ਲਾਤੀ ਆ ਬਿਹਾਰੀ ਲਾਤੀ ਦਾ, ਤੇ ਜੇ ਸਿਹਾਰੀ ਲੱਗ ਗਈ ਤੇ ਨਾਨਕ ਫਿੱਕਾ ਬੋਲਿਆ ਵੀ ਫਿੱਕਾ ਨਹੀਂ ਬੋਲਣਾ, ਅਰਥ ਦਾ ਅਨਰਥ ਹੋ ਜਾਂਦਾ। ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ। ਇਹਨਾਂ ਗੱਲਾਂ ਦਾ ਅਸੀਂ ਸੁਣਦੇ ਆ ਨਾ, ਅਸੀਂ ਉਹਦਾ ਉਹਦੇ ਚ ਧਿਆਨ ਹੀ ਨਹੀਂ ਹੁੰਦਾ, ਕਿਉਂਕਿ ਯਾਦ ਹੋਈ ਗੱਲ ਹੈ। ਆਖੋ ਸਤਿਨਾਮ ਵਾਹਿਗੁਰੂ ਜੀ, ਪੱਕੀ ਹੋਈ ਗੱਲ ਹੈ। ਇਹ ਬਾਣੀ ਪੜਨ ਦਾ ਵੀ ਤਰੀਕਾ ਸਤਿਗੁਰ ਨੇ ਦੱਸਿਆ ਹੋਇਆ। ਪਵਿੱਤਰ ਮਨ ਤਨ ਮੋਨ ਬਾਣੀ ਸੰਤੋਖ ਹਾਜ਼ਰ ਜਾਣ। ਜਿੱਥੇ ਬਾਣੀ ਪੜਨੀ ਆ ਉਹ ਘਰ ਪਵਿੱਤਰ ਹੋਵੇ ਨਾ, ਉੱਥੇ ਮੱਖੀਆਂ ਉੱਡੀ ਜਾਣ। ਜਿੱਥੇ ਮੱਖੀਆਂ ਬਹਿਣਗੀਆਂ ਨਾਮ ਜਪਣ ਦੇਣਗੀਆਂ, ਬਾਣੀ ਪੜਨ ਦੇਣਗੀਆਂ ਤੈਨੂੰ। ਉਹ ਘਰ ਪਵਿੱਤਰ ਹੋਵੇ, ਪਵਿੱਤਰ ਮਨ ਤਨ, ਤੇਰਾ ਸਰੀਰ ਵੀ ਪਵਿੱਤਰ ਹੋਵੇ, ਤੇਰੇ ਕੱਪੜੇ ਵੀ ਪਵਿੱਤਰ ਹੋਣ, ਤੇ ਤੇਰਾ ਮਨ ਵੀ ਪਵਿੱਤਰ ਹੋਵੇ। ਆਖੋ ਸਤਿਨਾਮ ਵਾਹਿਗੁਰੂ ਜੀ। ਆ ਬਾਣੀ ਪੜਨ ਦਾ ਤਰੀਕਾ ਹੈ, ਗੁਰੂ ਨਾਨਕ ਜੀ ਨੇ ਦੱਸਿਆ ਨਾਨਕ ਪ੍ਰਕਾਸ਼ ਵਿੱਚ। ਪਵਿੱਤਰ ਮਨ ਤਨ ਮੋਨ ਬਾਣੀ। ਮੋਨ ਬਾਣੀ ਹੁਣ ਤੁਸੀਂ ਕਹੋਗੇ ਵੀ ਚੁੱਪ ਕਰਕੇ ਪੜ੍ਹਨੀ ਮੋਨ, ਚੁੱਪ ਕਰਕੇ ਨਹੀਂ ਪੜ੍ਹਨੀ। ਮੋਨ ਦਾ ਅਰਥ ਹੁੰਦਾ ਹੈ ਵੀ ਬਾਣੀ ਪੜ੍ਹਦਿਆਂ ਵਿੱਚੋਂ ਕਿਸੇ ਨਾਲ ਗੱਲਾਂ ਨਹੀਂ ਕਰਨੀਆਂ। ਆਖੋ ਸਤਿਨਾਮ ਵਾਹਿਗੁਰੂ ਜੀ। ਪਹਿਲਾਂ ਜਿੱਥੇ ਬੈਠ ਕੇ ਨਾਮ ਜਪਣਾ ਉਹ ਜਗ੍ਹਾ ਪਵਿੱਤਰ ਹੋਵੇ, ਸੁੱਚ ਹੋਵੇ ਤਾਂ ਸੱਚ ਪਾਈਏ। ਪਹਿਲਾਂ ਪਵਿੱਤਰਤਾ ਸਰੀਰ ਦੀ, ਤਨ ਦੀ, ਘਰ ਦੀ, ਤਨ ਦੀ, ਮਨ ਦੀ, ਇਹ ਪਵਿੱਤਰਤਾ ਰੱਖਣੀ। ਬਚਨ ਦੀ, ਬੋਲਣਾ ਜਿਹੜਾ ਉਹਦੇ ਚ ਪਵਿੱਤਰਤਾ। ਨਾਨਕ ਫਿੱਕਾ ਬੋਲਿਆ, ਕਦੇ ਨਹੀਂ ਫਿੱਕਾ ਬੋਲਣਾ। ਫਿੱਕਾ ਨਾ ਗਲਾਏ ਸਭ ਨਾਮੇ ਸੱਚਾ ਧਣੀ। ਬਾਬਾ ਫਰੀਦ ਕਹਿੰਦਾ ਫਿੱਕਾ ਨਾ ਬੋਲੀ, ਸਾਰਿਆਂ ਚ ਆਪ ਹੀ ਬੈਠਾ ਧਣੀ ਮਾਣੇ ਮਾਲਕ। ਫਿੱਕਾ ਨਾ ਗਲਾਏ ਸਭ ਨਾਮੈ ਸੱਚਾ ਧਣੀ, ਉਹ ਹਿਆਉ ਨਾ ਠਾਏ ਕਹੀਂ ਨਾ। ਕਹਿੰਦੇ ਵੇਖੀ ਕਿਤੇ ਫਿੱਕਾ ਨਾ ਬੋਲ ਜੇ, ਇੱਥੇ ਬੈਠ ਕੇ ਪਤਾ ਲੱਗਣਾ। ਤੇ ਰਹੋ ਵਿਚਾਰ। ਕਹਿੰਦੇ ਇਸ ਤਰ੍ਹਾਂ ਦਾ ਕਰਕੇ ਇਹ ਵੀ ਇੱਥੋਂ ਪਤਾ ਲੱਗਣਾ। ਕਹਿੰਦੇ ਗੁਰਸਿੱਖ ਰਹਿਤ, ਰਹਿਤ ਇੱਕ ਸਰੀਰਕ ਰਹਿਤ ਹੈ ਜਿਹੜੀ ਪੰਜ ਪਿਆਰਿਆਂ ਨੇ ਦੱਸੀ ਹੈ। ਇੱਕ ਮਨ ਦੀ ਰਹਿਤ ਹੈ। ਮਨ ਦੀਆਂ 20 ਰਹਿਤਾਂ ਨੇ, 20 ਗੱਲਾਂ ਨੇ, 20 ਗੱਲਾਂ ਹੈ ਮਨ ਦੀ ਰਹਿਤ ਹੈ ਜਿਹੜੀ। ਉਹਦੇ ਵਿੱਚ ਮਨ ਦੀ ਰਹਿਤ ਵੀ ਤਾਂ ਰੱਖਣੀ ਹੈ ਨਾ। ਉਹਦੇ ਚ ਸਭ ਤੋਂ ਪਹਿਲਾਂ ਨਿੰਦਾ ਨਹੀਂ ਕਰਨੀ ਕਿਸੇ ਦੀ। ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ। ਪਰ ਸਾਤੋਂ ਤਾਂ ਨਿੰਦਾ ਹੀ ਨਹੀਂ ਛੁੱਟੀ। ਸਾਨੂੰ ਤਾਂ ਕੰਮ ਹੀ ਕੋਈ ਨਹੀਂ ਹੋਰ ਨਿੰਦਿਆ ਤੋਂ ਬਿਨਾਂ। ਫੇਰ ਝੂਠ ਨਹੀਂ ਬੋਲਣਾ। ਕਿਸੇ ਦੀ ਜਾਨ ਬਚਦੀ ਹੋਵੇ ਝੂਠ ਬੋਲਣਾ ਹੈ।
दूसरा फिर मन करके, वचन करके, शरीर करके किसी का माड़ा नहीं करना, किसी का बुरा नहीं चितवना, आत्मिक शक्ति करके किसी का बुरा नहीं करना। फरीदा बुरे का भला कर, ये रहत ने, ये रहत की गल ही तो हो रही है, ये रहता मनदी है। फिर अखां नाल माड़ा नहीं देखना, परतरीय रूप ना पेखै नेत्र, ये अखां दा संतोख है, कन्नां दा संतोख है, निंदिया सुननी, इंद्रियां दा संतोख है, सारियां इंद्रियां नूं अपने कंट्रोल बस विच रखना। उस तो अगे फिर सेवा करनी, ये मन दियां रितां ने। फिर दान करना, अपनी नेक कमाई दे विचों दसवंध देना, भले दे कम्मां च लाउणा, लंगर चलाउणे, लंगरां च हिस्से पाउणे, परोपकार दे कम्मां च माया सफल करनी, ये सारियां मन दियां रितां है। घाल खाए किश हथों दे नानक रा पछाणै से। हुण गरीब दा मूंह गुरु दी गोलक, गुरु दी गोलक किहड़ी है? गरीब दा मूंह। तेरे गवांढ विच बैठा कोई गरीब मरी जांदा है, वो दवाई नहीं लै सकदा, उहदे कोले माया नहीं, तू माया दे उहनूं दवाई दवा के लिया, तेरी गुरु नानक दे घरे जमा होगी। आखो सतनाम वाहिगुरू जी। कोई गरीब गुरसिख बैठा तेरे कोल नूं अपनी लड़की दा विआह नहीं कर सकदा, तैनूं पता भी लड़की हुण वड्डी हो गई, ऐसे गुरसिख हैगे ने संगतां विच। हुण भी आपां 13 लड़कियां दी तुहानूं पता शादी अगले पूर्णमासी जिहड़ी आ रही 25 सितंबर नूं। पिछली बार एक गुरसिख नूं मैं कहा, मैं कहा भी तुसीं इत्थे की हिस्सा पाया? ये ना सोचो भी वो घट आउंदा तो उन्होंने पता नहीं है, सब पता उन्होंने। उन्नति है भी तो साड़ा भाई ही लगता। वो कहता साढ़े उत्थे एक लड़की सी, मेरे दसवंध का मैं 40,000 रुपया उत्थे लाता, ते इन्ना मेरा बाकी है मैं इत्थे दे जाना। ये नहीं सोचना चाहिए कई बार असीं आ गए तो वो आया नहीं, तो उन्होंने इन्हां गल्लां दा ध्यान नहीं। ये राह ने सेव करी नहीं की भावत और की सेव सुखात न जी को, गुरु गोबिंद सिंह महाराज कहते। तो इस करके जिहड़ा इन्हां गल्लां दा ध्यान रखना, फिर अगे नितनेम पाठ बाणी जिहड़ी ये रहत है जिहड़ी दी आपां गल करदे हां, ये सारियां मन दीयां रहतां ने, 20 गल्लां ने जिहड़ियां मन दीयां रहतां है। फिर एक एक का विस्तार करा तो समा बहुत चाहिए, दसिया बहुत बारी है तुहानूं। आओ फिर गुरु महाराज कहते गुरसिख रह तो सुनो मेरे मीत, मीत माने मित्र। क्यों क्या मित्र? क्योंकि आत्म शहजादे आत्मवाद ते गल हो रही सी, आत्मा दे विच आत्मवाद ते गल होण करके मीत किया सी गुरु जी ने, मित्र। कहते गुरसिख रह तो सुनो मेरे मीत, उठ प्रभात करै हित चीत। कहते प्रभात 12 बजे तो बाद जब तेरी अख खुल जे उन्होंने प्रभात कहते हैं। पर बाते उठ नाम जप, निस बासुर आराध, कारा तुझे ना व्यापी मन ते मिटै, आद ब्याद उपाद, आदि व्याधि उपाधि। मानसिक रोग, मानसिक रोग, परिवारिक रोग, ये सारे इकट्ठे करिए तो ये 3 हिस्सों च वंडे। आखो सतनाम वाहिगुरू जी। कहंदे उठ के प्रभात वेले हित चीत, अंदर प्यार पैदा करो। जो जपजी साहब पढ़ना है ना, एक ओंकार, उदों ध्यान कित्थे रखना है भी ये गुरु नानक जी एक कौन है? वाहिगुरू। ओंकार सारियां दा प्रकाशक है, वो मेरे कोले ही है, वो दूर नहीं है। पवित्र मन तन मोन बाणी संतोख हाजिर जान, पहली पौड़ी है उन्होंने संतोख हाजिर जान, गुरु नूं हाजिर नाजिर। हित चीत जो असीं इशनान कर लिया 5 मिनट प्यार विच आओ, गुरु जी कोले भाओ भी गुरु नानक जी बैठ गए ने ते मैं सुना रहा।
ਸੰਤੋਖ ਹਾਜ਼ਰ ਜਾਣ, ਹਾਜ਼ਰ ਜਾਣ ਸਮਝਣਾ ਹੈ। ਅਸੀਂ ਹਾਜ਼ਰ ਨਾ ਸਮਝਣ ਕਰਕੇ ਮਨ ਨਹੀਂ ਲੱਗਦਾ 90% ਦਾ। ਉਹਨੂੰ ਕਹਿੰਦੇ ਹਿਤ ਚੀਤ। ਦੁਕਾਲਨ ਪ੍ਰਣਾਸ਼ੀ ਦਇਆਲਨ ਸਰੂਪੇ ਸਦਾ ਅੰਤ ਸੰਗੇ ਹਰ ਕਾ ਨਾਮ ਹਿਰਦੈ ਸਦ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਨਾਲ ਹੀ ਹੈ ਤੇ ਇੱਥੋਂ ਦੂਰ ਨਹੀਂ। ਬਾਬਾ ਰਵਿਦਾਸ ਕਹਿੰਦਾ ਤੇਰਾ ਹੱਥ ਤਾਂ 2.5 ਫੁੱਟ ਤੇ ਹੈ, ਤੇਰੇ ਪੈਰ ਤਾਂ 3 ਫੁੱਟ ਤੇ ਆ, ਉਹ ਤਾਂ ਇਦੋਂ ਵੀ ਨੇੜੇ ਹੈ। ਜਿਹਨੂੰ ਬਾਹਰ ਲੱਭਦਾ ਨਾ ਉਹ ਤੇਰੇ ਅੰਦਰ ਹੀ ਬੈਠਾ ਹੈ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਈ। ਬਾਦਸ਼ਾਹ ਕਹਿੰਦੇ ਗੁਰਸਿੱਖ ਰਹਿਤ ਸੁਨੋ ਮੇਰੇ ਮੀਤ, ਉਠ ਪ੍ਰਭਾਤ ਕਰੈ ਹਿਤ ਚੀਤ। ਅੰਦਰ ਪਿਆਰ ਪੈਦਾ ਕਰਨਾ, ਚੌਂਕੜਾ ਮਾਰ ਕੇ 5 ਮਿੰਟ ਗਾਵੀਆਂ ਸੁਣੀਆਂ ਮਨ ਰੱਖੀਐ ਪਾਓ। ਪਿਆਰ ਵਿੱਚ ਆ ਜਾ, ਫੇਰ ਕੀ ਕਰਨਾ? ਪਿਆਰ ਵਿੱਚ ਆ ਕੇ ਫੇਰ ਕੀ ਕਰਨਾ? ਹਾਂਜੀ। ਵਾਹਿਗੁਰੂ ਪੁਨ ਮੰਤਰ ਜਾਪ। ਕਹਿੰਦੇ ਫਿਰ 1 ਮਿੰਟ, ਇਹ ਪਹਿਲਾ ਪੁਆਇੰਟ ਆ ਗਿਆ ਨਾ। ਨੰਬਰ 1 ਅੰਦਰ ਪਿਆਰ ਪੈਦਾ ਕਰਕੇ ਵਾਹਿਗੁਰੂ ਪੁਨ ਮੰਤਰ ਜਾਪ। ਉਹਨਾਂ ਮਣੇ ਫੇਰ ਵਾਹਿਗੁਰੂ ਮੰਤਰ ਦਾ ਜਾਪ ਕਰ। ਵਾਹ ਮਣੇ ਅਚਰਜ, ਗੂ ਮਣੇ ਹਨੇਰਾ, ਰੂ ਮਣੇ ਪ੍ਰਕਾਸ਼। ਪ੍ਰਕਾਸ਼ ਕਿਹਨੂੰ ਦੇ ਰਿਹਾ? ਜਿਹੜੇ ਅੰਦਰ ਇੰਦਰੀਆ ਮਨ ਹੈ, ਬੁੱਧ ਹੈ, ਚਿੱਤ ਹੈ, ਇਹ ਸਾਰੇ ਜੜ ਨੇ, ਇਹਨਾਂ ਨੂੰ ਪ੍ਰਕਾਸ਼ ਵਾਹਿਗੁਰੂ ਦੇ ਰਿਹਾ, ਵਾਹਿਗੁਰੂ ਦੇ ਰਿਹਾ। ਉਹਨੂੰ ਕਹਿੰਦੇ ਰੂਪ ਪ੍ਰਕਾਸ਼। ਸਭ ਸਰੀਰ ਨੂੰ ਪ੍ਰਕਾਸ਼, ਇੰਦਰੀਆਂ ਨੂੰ, ਇਹ ਮਨ ਨੂੰ, ਬੁੱਧ ਨੂੰ, ਸਾਰਿਆਂ ਨੂੰ ਪ੍ਰਕਾਸ਼ ਹੋਈ ਕਰ ਰਿਹਾ ਨਾ। ਇਸ ਕਰਕੇ ਉਹਨੂੰ ਕਹਿੰਦੇ ਆ ਗੁਰੂ। ਕਹਿੰਦੇ ਵਾਹਿਗੁਰੂ ਪੁਨः ਮੰਤਰ ਜਾਪ। ਤੇ ਹੁਣ ਸਵਾਲ ਖੜਾ ਹੋ ਗਿਆ, ਕਹਿੰਦਾ ਵਾਹਿਗੁਰੂ ਜਪਣ ਨਾਲ ਕੀ ਹੋ ਜਾਊਗਾ? ਕੀ ਹੋ ਜਾਊਗਾ? ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਗੁਰਬਾਣੀ ਅਨੁਸਾਰ, ਸਾਇੰਸ ਅਨੁਸਾਰ ਵੀ ਸੱਚ ਹੈ। ਸਾਇੰਸ ਤੇ ਧਰਮ ਦੋ ਚੀਜ਼ਾਂ ਨਹੀਂ ਹੈਗੀਆਂ। ਸਾਇੰਸ ਵਿੱਚ ਸਰੀਰ ਦੀ ਖੋਜ ਹੈ ਤੇ ਧਰਮ ਦੇ ਵਿੱਚ ਆਤਮਾ ਦੀ ਖੋਜ ਹੈ। ਫਿਰ ਸੁਣਿਓ, ਸਾਇੰਸ ਵਿੱਚ ਸਰੀਰ ਦੀ ਖੋਜ ਹੈ, ਧਰਮ ਦੇ ਵਿੱਚ ਆਤਮਾ ਦੀ ਖੋਜ ਹੈ। ਸਾਇੰਸ ਕੁਦਰਤ ਨੂੰ ਮੰਨਦਾ ਹੈ, ਧਰਮ ਕਾਦਰ ਨੂੰ ਮੰਨਦਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਹੀਂ ਪਾਤ। ਸਾਰੀ ਕੁਦਰਤ ਉਹ ਹਰੀ ਨੂੰ ਜਪਦੀ ਹੈ। ਇਹ ਕਹਿੰਦਾ ਕੁਦਰਤ ਨੂੰ ਮੰਨਣਾ, ਉਹ ਕੁਦਰਤ ਤਾਂ ਜਪਦੀ, ਉਹਨੂੰ ਪੜ ਬਾਣੀ। ਗਾਵਣ ਤੁਧ ਨੂੰ ਕੌਣ ਪਾਣੀ ਬੈ ਸੰਤਰ ਗਾਉਂਦੀ ਆ ਨਾ। ਕੀ ਕਹਿੰਦੀ ਹੈ ਬਾਣੀ? ਉਹ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਉਹ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਭਾਈ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਉਹ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਨਾਮ ਹਰੀ ਦਾ ਜਪਦੀ ਸਾਰੀ ਕੁਦਰਤ, ਸਾਰੀ ਕੁਦਰਤ। ਗਾਵਣ ਤੁਧ ਨੂੰ ਕੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਇਹ ਕਿਉਂ ਗਾਉਂਦੇ ਐ? ਸੰਤੋਖ ਹਾਜ਼ਰ ਜਾਣ ਡਰ ਚ ਕਰਕੇ। ਹੁਣ ਜਿਵੇਂ ਸੋਦਰ ਵਿੱਚ ਲੜੀਵਾਰ ਲਿਖਿਆ ਨਾ, ਗਾਉਂਦੇ ਐ, ਇਦਾਂ ਹੀ ਡਰ ਵਿੱਚ ਚੱਲਦੇ ਲਿਖਿਆ ਆਸਾ ਦੀ ਵਾਰ ਵਿੱਚ।
ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਦਾਵਣ ਤੁਧ ਨੂੰ ਪੌਣ ਪਾਣੀ ਬੈ ਸੰਤਰ। ਆ ਗਿਆ ਨਾ, ਜਿਵੇਂ ਲੜੀ ਚੱਲ ਰਹੀ ਉਵੇਂ ਉੱਥੇ ਅਰਥ ਆ ਰਿਹਾ। ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰੂ ਦੀ ਬਾਣੀ ਤੋਂ ਗੁਰੂ ਦੀ ਬਾਣੀ ਦੁਆਰਾ ਜਾਣਨਾ। ਪਰ ਬਦਕਿਸਮਤੀ ਸਾਡੀ, ਅਸੀਂ ਆਪ ਬਾਣੀ ਪੜ੍ਹਨੀ ਨਹੀਂ, ਜਿਹੜਾ ਕੁਛ ਅਸੀਂ ਬੋਲ ਕੇ ਉਹਨੂੰ ਸੱਤ ਮੰਨ ਲੈਣਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਆਪ ਬਾਣੀ ਪੜੋ, ਆਪ ਅਰਥ ਪੜੋ। ਓਏ ਕੁਦਰਤ ਤਾਂ ਕਾਦਰ ਨੂੰ ਗਾ ਰਹੀ ਹੈ। ਹਾਂ, ਕੁਦਰਤ ਤੋਂ ਕਾਦਰ ਵੱਖ ਨਹੀਂ ਹੈਗਾ। ਉਹ ਕਾਦਰ ਹੀ ਤਾਂ ਸਤਾ ਦੇ ਰਿਹਾ ਕੁਦਰਤ ਨੂੰ, ਤਾਂ ਹੀ ਚੱਲ ਰਹੀ ਹੈ। ਜੋ ਬੋਲਤ ਮ੍ਰਿਗ ਮੀਨ ਪੰਖੇਰੂ, ਨਹੀਂ ਜਾਪਤ ਹੈ ਹਰ ਬਿਨ ਕਛ ਹੋਰ। ਉਹ ਤਾਂ ਹਰੀ ਤੋਂ ਬਿਨਾ ਹੋਰ ਕੋਈ ਜਪਦੇ ਹੀ ਨਹੀਂ ਕਹਿੰਦੇ। ਹਰ ਪਟਪੀ ਤੂੰ ਤੂੰ ਕਰੈ, ਬੋਲੇ ਭਲੀ ਬਾਣ। ਉਹ ਕਹਿੰਦੇ ਜਿਹੜੀ ਹੱਡ ਚੱਲਦੀ ਉਹ ਵੀ ਤੂੰ ਤੂੰ ਹੀ ਕਰਦੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਇਸ ਕਰਕੇ ਉੱਥੇ ਖਿਆਲ ਕਰੀਏ, ਜਿਹੜਾ ਵਾਹਿਗੁਰੂ ਮੰਤਰ ਨਾਲ ਜਪਣ ਨਾਲ ਕੀ ਹੋ ਜਾਣਾ ਹੈ। ਅੱਗੇ ਬਹੁਤ ਵਾਰ ਦੱਸਿਆ, ਕਿਸੇ ਸਿਆਣਾ ਪੜ੍ਹਿਆ ਬੱਚਾ ਸੀ, ਉਹ ਪੁੱਛਣ ਲੱਗ ਗਿਆ ਜੀ ਕੀ ਹੋ ਜਾਂਦਾ ਵਾਹਿਗੁਰੂ ਕਹਿਣ ਨਾਲ। ਮੈਂ ਕਿਹਾ ਗੁਰਮੁਖਾ ਜੇ ਹੱਥ ਨੂੰ ਹੱਥ ਨਾਲ ਰਗੜੀਏ ਫਿਰ ਕੀ ਹੋ ਜਾਂਦਾ ਹੈ। ਉਹ ਕਹਿੰਦਾ ਜੀ એનર્ਜੀ ਪੈਦਾ ਹੁੰਦੀ ਆ। ਮੈਂ ਕਿਹਾ ਜਦੋਂ ਸਵਾਸ ਤੇ ਮੰਤਰ ਰਗੜ ਖਾਂਦੇ ਆ, ਇਹਦੇ ਚੋਂ ਵੀ એનર્ਜੀ ਪੈਦਾ ਹੁੰਦੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਜਿੱਥੇ એનર્ਜੀ ਤੋਂ ਸੈੱਲ ਪੈਦਾ ਹੁੰਦੇ ਆ, ਸੈੱਲਾਂ ਨਾਲ ਬਾਡੀ ਚੱਲਦੀ ਹੈ। ਜਦੋਂ ਮਨ ਇਕਾਗਰ ਹੋ ਜਾਂਦਾ ਹੈ, ਉਦੋਂ ਇਹਦੇ ਚੋਂ ਚੰਗੀਆਂ ਵੇਵਸ ਨਿਕਲਦੀਆਂ। ਕੈਂਸਰ ਕਿਉਂ ਹੁੰਦਾ ਹੈ? ਜਿੱਥੇ ਸੈੱਲ ਨਹੀਂ ਬਣਦਾ ਉੱਥੇ ਕਾਰਸੀਨੋਮਾ ਸੈੱਲ ਹੋ ਜਾਂਦਾ ਹੈ। ਉਹਨੂੰ ਕਹਿੰਦੇ ਆ ਜ਼ਖਮ ਹੋ ਜਾਂਦਾ ਕਾਰਸੀਨੋਮਾ। ਉੱਥੇ ਸੈੱਲ ਉਹ ਕੋਸ਼ਿਕਾ ਨਹੀਂ ਬਣਦੀ, ਇਸ ਕਰਕੇ ਉਹ ਜ਼ਖਮ ਹੋ ਜਾਂਦਾ ਹੈ। ਉਹ ਜ਼ਖਮ ਲੰਮਾ ਟਾਈਮ ਰਹਿੰਦਾ ਹੈ। ਉਹਨੂੰ ਕਹਿੰਦੇ ਕਾਰਸੀਨੋਮਾ ਸੈੱਲ, ਵੀ ਕਾਰਸੀਨੋਮਾ ਕੈਂਸਰ ਹੋ ਗਿਆ। ਜਿੱਥੇ ਇੱਕ ਦੀ ਜਗ੍ਹਾ ਚਾਰ ਕੋਸ਼ਿਕਾ ਨਿਕਲੇ ਹੋਣ, ਸੈੱਲ ਪੈਦਾ ਹੋ ਜਾਣ, ਉਹਨੂੰ ਕੀ ਕਹਿੰਦੇ ਆ? ਜਿਵੇਂ ਆਪੇ ਜਵਾਰ ਦਾ ਬੂਟਾ ਬੀਜਦੇ ਆ, ਇੱਕ ਤੂਈ ਦੀ ਥਾਂ ਚਾਰ ਤੂਈਆਂ ਜਿਹੀਆਂ ਨਹੀਂ ਕੱਢ ਲੈਂਦਾ। ਇਦਾਂ ਜਿੱਥੇ ਵਿਗਾੜ ਆ ਜਾਂਦਾ ਹੈ, ਇੱਕ ਦੀ ਜਗ੍ਹਾ ਚਾਰ ਕੋਸ਼ਿਕਾ ਸੈੱਲ ਪੈਦਾ ਹੋ ਜਾਂਦੇ ਆ, ਉਹ ਗੰਢ ਬਣ ਜਾਂਦੀ ਹੈ, ਉਹਨੂੰ ਡਾਕਟਰ ਕਹਿੰਦੇ ਟਿਊਮਰ ਹੋ ਗਿਆ। ਸਮਝ ਗਏ? ਜਦੋਂ ਕਾਰਸੀਨੋਮਾ ਸੈੱਲ ਸਾਰੇ ਫੈਲ ਜਾਂਦਾ, ਉਹਨੂੰ ਕਹਿੰਦੇ ਮੈਲਗੈਂਸੀ, ਵੀ ਸਾਰੇ ਫੈਲ ਗਿਆ ਹੋਣੇ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਜਦੋਂ ਇੱਕ ਜਗ੍ਹਾ ਤੇ ਕੋਈ ਹੋ ਜਾਂਦੀ ਹੈ, ਉਹ ਜਗ੍ਹਾ ਜਿਹਨੂੰ ਹਟਾ ਕੇ ਪਾਸੇ ਕਰ ਦਿੰਦੇ, ਉਹਨੂੰ ਕਹਿੰਦੇ ਸਕਿਊਮਾਊਸ ਸੈੱਲ ਹੋ ਗਿਆ। ਇਹ ਸਾਰੇ ਸੈੱਲਾਂ ਨੂੰ ਇੱਕ ਜਗ੍ਹਾ ਤੇ ਵੱਧ ਬਣਨ ਲੱਗੇ, ਇੱਕ ਜਗ੍ਹਾ ਤੇ ਬਣਦੇ ਨਹੀਂ। ਇਸ ਕਾਰਨ ਹੋਇਆ, ਜਦੋਂ ਅਸੀਂ ਗੁਰਮੰਤਰ ਦਾ ਜਾਪ ਕਰਦੇ ਆ, ਮਨ ਇਕਾਗਰ ਹੁੰਦਾ, ਜਿੰਨੀ ਸ਼ਕਤੀ ਹੈ, ਇਮਿਊਨਿਟੀ ਪਾਵਰ ਹੈ, ਉਹ ਸਾਡੀ ਬਾਡੀ ਵਿੱਚ ਹੀ ਹੈ। ਜਦੋਂ ਮਨ ਇਕਾਗਰ ਦੇ ਵਿੱਚੋਂ ਫਿਰ ਉਹ ਵੇਵਸ ਆਉਂਦੀਆਂ ਨਾ, ਫਿਰ ਨਵੇਂ ਨਵੇਂ ਸੈੱਲ ਪੈਦਾ ਕਰ ਦਿੰਦੀਆਂ। ਇਹ ਸਾਇੰਟੀਫਿਕਲੀ ਹੈ, ਮੈਥੋਲੋਜੀ ਨਹੀਂ ਨਾਮ ਜਪਣਾ। ਜਿਉਂ-ਜਿਉਂ ਤੁਹਾਡਾ ਮਨ ਇਕਾਗਰ ਹੋਊਗਾ, ਜਿਨ੍ਹਾਂ ਦਾ ਹੋਇਆ, ਸਾਡੇ ਬਾਬਾ ਜੈਬ ਸਿੰਘ ਜੀ ਸੀਗੇ, ਆ ਪਿਛਲੇ ਸਾਲ ਚੜ੍ਹਾਈ ਕਰੇ ਆ, ਉਹਨਾਂ ਦੇ ਕੈਂਸਰ ਹੋ ਗਿਆ ਸਾਈਡ ਤੇ ਇੱਥੇ। ਉਹ ਕਹਿੰਦੇ ਵੀ ਤੇਰਾ ਦਾੜਾ ਕੱਟਣਾ ਪਊਗਾ। ਕਹਿੰਦਾ ਬਿਲਕੁਲ ਨਹੀਂ, ਮੈਂ ਨਹੀਂ ਕਟਾਉਣਾ ਦਾੜਾ। ਅਭਿਆਸੀ ਸੀ ਬਹੁਤ, ਰੋਜ਼ਾਨਾ 2 ਵਜੇ ਉੱਠ ਕੇ ਚੌਕੜਾ ਲਾਉਂਦਾ ਸੀ। ਆਖਰ ਨੂੰ ਉਹਦੇ ਇੱਥੇ ਸਾਈਡ ਤੇ ਮੋਰਾ ਹੋ ਗਿਆ, ਉਹ ਫੁੱਟ ਗਿਆ, ਮੋਰਾ ਹੋ ਗਿਆ। ਇੰਨਾ ਕੱਪੜਾ ਵਿੱਚ ਜਾਂਦਾ ਸੀ। ਉਸ ਗੁਰਮੁਖ ਨੇ ਇੱਕ ਦਿਨ ਮੁਖ ਤੋਂ ਹਾਏ ਨਹੀਂ ਕਿਹਾ, ਇੱਕ ਦਿਨ ਪੂਕਲਾਟ ਨਹੀਂ ਕੀਤੀ, ਚੁੱਪ ਕਰਕੇ ਪਿਆ ਰਹਿੰਦਾ ਸੀ, ਚੁੱਪ ਕਰਕੇ। ਉਹਨੂੰ ਪੁੱਛਣਾ ਵੀ ਇਹ ਕੀ ਹੈ, ਤੁਸੀਂ ਤਾਂ ਇੰਨਾ ਨਾਮ ਜਪਦੇ ਹੋ? ਉਹ ਕਹਿੰਦਾ ਮੇਰਾ ਹੀ ਕੀਤਾ ਹੋਇਆ ਕਰਮ ਹੈ। ਚੰਗਾ, ਕਹਿੰਦਾ ਹੁਣ ਕੱਟਿਆ ਜਾਊਗਾ, ਗਾਂ ਨੂੰ ਕੰਮ ਨਿਬੜ ਜਾਊਗਾ। ਤੇ ਚਿਹਰਾ ਲਾਲ ਦਗਦਾ ਸੀ। ਜਥੇਦਾਰ ਕੁਲਵੰਤ ਸਿੰਘ ਹੋਰੀ ਮਿਲ ਕੇ ਆਏ ਉਹਨੂੰ, ਕਹਿੰਦੇ ਚਿਹਰਾ ਲਾਲ ਜਗਦਾ ਸੀ, ਭਾਵੇਂ ਸਾਈਡ ਤੇ ਉਹਦੇ ਸੀ, ਜਗਦਾ ਸੀ। ਬਿਲਕੁਲ ਵੀ ਉਦਾਸੀ ਨਹੀਂ ਸੀ। ਉਹ ਕਾਹਦਾ ਫਲ ਸੀ? ਆ ਵਾਹਿਗੁਰੂ ਮੰਤਰ ਦੇ ਅਭਿਆਸ ਦਾ। ਇਹ ਤਾਂ ਪ੍ਰੈਕਟੀਕਲ ਦੇਖਿਆ, ਇਹ ਗੱਲਾਂ ਮਾਰਦੇ ਨੇ, ਇਹਨਾਂ ਨੇ ਕਿਹੜਾ ਅਭਿਆਸ ਕੀਤਾ? ਪੜ੍ਹ ਕੇ 2 ਸਾਲ ਦਾ ਕੋਰਸ, ਪਹਿਲਾਂ ਉਹਦੀ ਸੁਣ ਕੇ ਉਧਰ ਦਬੀ ਗਏ, ਹੁਣ ਦੂਜੇ ਦੀ ਸੁਣ ਕੇ ਹੋਵੇ ਲੱਗੇ, ਤੀਜੀ ਵਾਰੀ ਪਤਾ ਨਹੀਂ ਕਿਵੇਂ ਕਰਾਂਗੇ ਆਪਾਂ। ਆਖੋ ਸਤਿਨਾਮ ਵਾਹਿਗੁਰੂ। ਆਪਦਾ ਅਨੁਭਵ ਤਾਂ ਕੋਈ ਨਹੀਂ ਨਾ। ਤੁਸੀਂ ਗੁਰਸਿੱਖ ਬਣੇ ਹੋ, 10 ਸਾਲ ਹੋ ਗਏ, 20 ਸਾਲ ਹੋ ਗਏ, 5 ਸਾਲ ਹੋ ਗਏ, ਤੁਹਾਡਾ ਕੀ ਐਕਸਪੀਰੀਅੰਸ ਹੈ? ਤੁਹਾਡਾ ਕੀ ਅਨੁਭਵ ਹੈ? ਇਹ ਅਨੁਭਵ ਲੈਣ ਵਾਸਤੇ ਤਾਂ ਗੁਰਮੁਖਾਂ ਕੋਲੇ ਜਾਈਦਾ, ਹੋਰ ਕੀ ਲੈਣ ਜਾਂਦੇ ਆਪਾਂ?
ਆਹੀ ਕੁਛ ਲੈਣ ਜਾਂਦੇ। ਸਕੂਲ ਵਿੱਚ ਬੱਚਾ ਪੜ੍ਹਨ ਜਾਂਦਾ, ਉੱਥੇ ਸਟੂਡੈਂਟ ਵੀ ਹੁੰਦਾ ਹੈ, ਸਿਲੇਬਸ ਵੀ ਹੁੰਦਾ, ਫਿਰ ਸਕੂਲ 'ਚ ਜਾਣ ਦੀ ਕੀ ਲੋੜ ਹੈ? ਟੀਚਰ ਦੀ ਕੀ ਲੋੜ ਹੈ ਸਕੂਲ 'ਚ? ਉਹ ਟੀਚਰ ਕੋਈ ਨਵੀਂ ਗੱਲ ਤਾਂ ਨਹੀਂ ਉਹਨੂੰ ਦੇ ਦਿੰਦਾ, ਉਹ ਸਿਲੇਬਸ 'ਚੋਂ ਹੀ ਦੱਸਦਾ ਹੈ। ਉਹ ਟੀਚਰ ਕੀ ਦਿੰਦਾ? 12 ਸਾਲ ਪੜ੍ਹਨ ਤੋਂ ਬਾਅਦ ਕਾਲਜ ਚਲਿਆ ਜਾਂਦਾ, ਕਾਲਜ ਵਿੱਚ ਵੀ ਲੈਕਚਰਾਰ ਦੀ ਲੋੜ ਪੈਂਦੀ ਆ, ਸਿਲੇਬਸ ਵੀ ਹੁੰਦਾ, ਸਟੂਡੈਂਟ ਵੀ ਹੁੰਦਾ, ਫਿਰ ਟੀਚਰ ਲੈਕਚਰਰ ਨਾ ਲਿਆ ਕਰੋ, ਜੇ ਇੱਥੇ ਲੋੜ ਨਹੀਂ ਤਾਂ ਉੱਥੇ ਵੀ ਨਹੀਂ ਲੋੜ, ਫਿਰ ਤੁਹਾਨੂੰ ਦੋਨੇ ਸੇਮ ਹੀ ਹੈ ਨਾ। ਜਦ ਉਹ ਗਿਆਨ ਹੀ ਨਹੀਂ ਆਉਂਦਾ ਟੀਚਰ ਤੋਂ ਬਿਨਾ, ਜਿਹੜਾ ਦੁਨਿਆਵੀ ਗਿਆਨ ਹੈ, ਉਹ ਆ ਬ੍ਰਹਮ ਦਾ ਗਿਆਨ, ਇਹ ਕਿੱਥੋਂ ਆ ਜੂਗਾ ਤੈਨੂੰ ਰੱਬ ਦੇ ਪਿਆਰਿਆਂ ਬਿਨਾ? ਇਹ ਰੱਬ ਦੇ ਬੰਦਿਆਂ ਬਿਨਾ ਇਹ ਗਿਆਨ ਕਿਵੇਂ ਆ ਜੂ ਜੇ ਦੁਨਿਆਵੀ ਗਿਆਨ ਟੀਚਰ ਬਿਨਾ ਨਹੀਂ ਆਉਂਦਾ? ਸਿਲੇਬਸ ਲੈ ਕੇ ਦੇ ਦਿਓ, ਡਰੈਸ ਪਾ ਦਿਓ, ਬੱਚੇ ਨੂੰ ਘਰੇ ਪਾ ਦਿਓ, ਆਊਗਾ ABC ਉਡਾੜਾ ਕਹਿ ਖੈ ਆਜੂ। ਇਹ ਤਾਂ ਰੱਬ ਦਾ ਗਿਆਨ ਹੈ, ਉਹ ਤਾਂ ਛੋਟੀਆਂ ਗੱਲਾਂ ਨੇ, ਦੁਨਿਆਵੀ ਗਿਆਨ ਹੈ ਜਿਹੜਾ। ਤਾਂ ਇਸ ਕਰਕੇ ਉਹ ਟੀਚਰ ਤੇ ਲੈਕਚਰਰ ਕੀ ਦਿੰਦੇ ਨੇ? ਆਪਣਾ ਐਕਸਪੀਰੀਅੰਸ ਦੱਸਦੇ ਆ, ਆਪਦਾ ਆਪਣਾ ਅਨੁਭਵ ਦੱਸਦੇ। ਇਦਾਂ ਹੀ ਇੱਥੇ ਜਿਨ੍ਹਾਂ ਨੇ ਅਭਿਆਸ ਕੀਤਾ ਉਹਨਾਂ ਦੀਆਂ ਗੱਲਾਂ ਹੋ ਰਹੀਆਂ। ਹਾਂ, ਮਹਾਰਾਜ ਕਹਿੰਦੇ ਇਹਦੇ ਨਾਲ એનર્ਜੀ ਪੈਦਾ ਹੁੰਦੀ ਹੈ। ਵਾਹਿਗੁਰੂ ਮੰਤਰ ਸਵੇਰੇ ਚੌਂਕੜਾ ਲਾ ਕੇ ਜਪਣਾ ਹੈ, ਕਦੇ ਗੁਰੂ ਦੇ ਵਚਨਾਂ ਤੇ ਸ਼ੱਕ ਨਹੀਂ ਕਰਨਾ। ਜਿਹੜੀ ਅੰਦਰ ਜ਼ਹਿਰ ਫੈਲਿਆ ਹੋਇਆ ਨਾ, ਇਹਦਾ ਇਲਾਜ ਨਹੀਂ ਹੋਣਾ ਵਾਹਿਗੁਰੂ ਮੰਤਰ ਬਿਨਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਹ ਹਉਮੈ ਦਾ ਨਾਸ਼ ਤਾਂ ਹੋਊਗਾ ਜੇ ਵਾਹਿਗੁਰੂ ਮੰਤਰ ਦਾ ਜਾਪ ਕਰਾਂਗੇ। ਆਖੋ ਸਤਿਨਾਮ ਵਾਹਿਗੁਰੂ ਜੀ। ਇਸ ਕਰਕੇ ਨੰਬਰ 1 ਤੇ ਰੱਖਿਆ ਵਾਹਿਗੁਰੂ ਪੁਨਿ ਮੰਤਰ ਜਾਪ। ਹਾਂਜੀ, ਉਦੋਂ ਬਾਅਦ ਫਿਰ ਕੀ ਕਰਨਾ ਸਿੱਖਦੇ ਹਾਂ ਜੀ। ਕਰ ਇਸ਼ਨਾਨ ਪੜੇ ਜਪ ਜਾਪ। ਇਸ਼ਨਾਨਾ ਸੋਧ ਕੇ ਫੇਰ ਕੀ ਪੜਨਾ ਹੈ? ਜਪਜੀ ਸਾਹਿਬ ਤੇ ਜਾਪ ਸਾਹਿਬ। ਕਰ ਇਸ਼ਨਾਨ ਪੜੈ ਜਪ ਜਾਪ। ਓਏ ਜਪਜੀ ਸਾਹਿਬ ਦਾ ਮਹਾਤਮ ਹੀ ਕਿੱਡਾ ਵੱਡਾ, ਮਹਾ ਮੰਤਰ ਹੈ ਜਪਜੀ ਸਾਹਿਬ ਆ ਜਿਹੜਾ। ਮਹਾ ਮੰਤਰ, ਮਾਲਾ ਮੰਤਰ ਵੀ ਕਹਿ ਦਿੰਦੇ ਆ, ਗੁਰ ਮੰਤਰ, ਮੂਲ ਮੰਤਰ, ਜਪਜੀ ਸਾਹਿਬ ਮਾਲਾ ਮੰਤਰ। ਜਪਜੀ ਸਾਹਿਬ ਦਾ ਫਲ ਗੁਰੂ ਨਾਨਕ ਜੀ ਨੇ ਦੱਸਿਆ। ਸਾਰੀਆਂ ਭੜਕਣਾ ਤੁਸੀਂ ਸੁਣਿਆ ਨਾ ਬਹੁਤ ਵਾਰੀ। ਜਪਜੀ ਸਾਹਿਬ ਕੱਲੇ ਦਾ ਫਲ ਨਾ ਤੁਹਾਨੂੰ ਤਾਂਤਰਿਕਾਂ ਕੋਲੇ, ਨਾ ਮੰਤਰ ਵਾਲਿਆਂ ਕੋਲੇ, ਨਾ ਤੁਹਾਨੂੰ ਜਦੋਂ ਤੁਸੀਂ ਅਗਿਆਨੀਆਂ ਨੂੰ ਸਿਆਣੇ ਬਣਾਇਆ ਉਹਨਾਂ ਕੋਲੇ ਜਾਣ ਦੀ ਲੋੜ ਹੈ। ਜਿਹੜਾ ਸ਼ਰਧਾ ਨਾਲ ਜਪਜੀ ਸਾਹਿਬ ਦੀ ਬਾਣੀ ਪੜ੍ਹੇਗਾ। ਜਪ ਜੀ ਸੇਵਨ ਪ੍ਰੀਤ ਸੋ ਜਾਹੀ, ਮਮ ਸਮੀਪ ਪ੍ਰਾਪਤ ਹੋਏ ਤਾਹੀ। ਗੁਰੂ ਨਾਨਕ ਜੀ ਕਹਿੰਦੇ ਲੈਣਿਆ, ਜਿਹੜਾ ਮੈਨੂੰ ਹਾਜ਼ਰ ਨਾਜ਼ਰ ਸਮਝ ਕੇ ਜਪਜੀ ਸਾਹਿਬ ਪੜੂਗਾ, ਉਹਦੀ ਮੇਰੇ ਨਾਲ ਪ੍ਰੀਤੀ ਪੈ ਜੂਗੀ ਤੇ ਮੇਰੇ ਦਰਸ਼ਨ ਹੋ ਜਾਣਗੇ। ਬ੍ਰਹਮ ਗਿਆਨ ਦੀ ਬਾਣੀ ਹੈ। ਜਪਜੀ ਸੇਵਨ ਮਾਣੇ ਸਿਮਰਨ, ਜਪਜੀ ਸਾਹਿਬ ਦਾ ਸਿਮਰਨ ਬਾਣੀ ਦਾ। ਜਪਜੀ ਸੇਵਨ ਪ੍ਰੀਤ ਸੋ ਜਾਈ, ਮਮ ਸਮੀਪ ਪ੍ਰਾਪਤ ਹੋਏ ਤਾਹੀ। ਧਰੇ ਕਾਮਨਾ ਪੜ ਹੈ ਇੱਕ ਮਨ ਪੂਰਨ ਹੋਏ ਤੈ ਕੀ ਤਤ ਛਿਣ। ਜੇ ਕੋਈ ਕਾਮਨਾ ਸਹਿਤ ਵੀ ਜਪਜੀ ਸਾਹਿਬ ਪੜੇਗਾ ਤੇ ਉਹਦੀ ਛਿਣ ਵਿੱਚ ਪੂਰੀ ਹੋ ਜਾਏਗੀ। ਪਰ ਲੋੜ ਤਾਂ ਹੁਣ ਸਾਨੂੰ ਸ਼ਰਧਾ ਭਾਵਨਾ ਦੀ। ਕਿਹਦੀ ਲੈ ਕੇ ਸ਼ਰਧਾ? ਗੁਰੂ ਵਾਲੇ ਬਣੇ ਨੇ, ਅੰਮ੍ਰਿਤ ਛਕਿਆ, ਖੇਤਾਂ ਵਿੱਚ ਬਾਬਿਆਂ ਦੀਆਂ ਮੜੀਆਂ ਬਣਾਈਆਂ, ਆਹ ਸਿੱਖਾਂ ਸੀ। ਜਿਹੜੇ ਕਹਿੰਦੇ ਕਹਾਉਂਦੇ ਸੀ ਨਾ, ਰੌਲਾ ਪਾਉਂਦੇ ਆ ਮੂਹਰੇ ਹੋ ਕੇ, ਆਹ ਧਰਮ ਦੇ ਠੇਕੇਦਾਰ ਕਹਾਉਂਦੇ ਆ ਨਾ, ਉਹ ਜਦੋਂ ਉਹਨੂੰ ਪੁੱਛਿਆ ਇੱਥੇ ਆਇਆ, ਨਾ ਵਡਭਾਗ ਸਿੰਘ ਛੱਡਿਆ, ਨਾ ਖੇਤਰਪਾਲ ਛੱਡਿਆ, ਨਾ ਫਲਾਨਾ ਸਿਓ ਛੱਡਿਆ, ਨਾ ਧੀਗੜਾ ਸਿੰਘ ਛੱਡਿਆ। ਮੈਂ ਕਿਹਾ ਲੋਕਾਂ ਦੇ ਮੂਹਰੇ ਹੋ ਕੇ ਤੁਸੀਂ ਧਰਮ ਦੇ ਠੇਕੇਦਾਰ ਬਣੇ, ਕੰਮ ਕੀ ਕਰਦੇ ਤੁਸੀਂ? ਕੀ ਲੋਕਾਂ ਨੂੰ ਉਪਦੇਸ਼ ਕਰੋਗੇ ਤੁਸੀਂ? ਤੁਸੀਂ ਖੁਦ ਹੀ ਨਹੀਂ ਗੁਰੂ ਦੇ ਮਾਰਗ ਤੇ ਚੱਲੇ ਹੋਏ, ਭੜਕੇ ਹੋਏ ਲੋਕ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਹੁਣ ਭੜਕੇ ਹੋਏ ਲੋਕ ਸਾਨੂੰ ਕੀ ਰਸਤਾ ਵਿਖਾਉਣਗੇ? ਠੀਕ ਹੈ, ਲੜਾਈ ਹੂ ਹੱਲਾ ਹੈ, ਕਰੀ ਜਾਓ। ਆਖੋ ਸਤਿਨਾਮ ਵਾਹਿਗੁਰੂ ਜੀ। ਮਗ ਤੂੰ ਬਾਣੀ ਨੂੰ ਤੁਸੀਂ ਜਾਣਿਆ ਹੀ ਨਹੀਂਗਾ। ਹੁਣ ਇਹ ਕਹੋ ਬਾਣੀ ਪੜ, ਜਪਜੀ ਸਾਹਿਬ ਪੜਦਾ ਜੀ, ਦੁੱਖ ਬੜੇ ਆਉਂਦੇ ਐ, ਘਰੇ ਕਲੇਸ਼ ਰਹਿੰਦਾ ਹੈ, ਸਰੀਰ ਨਹੀਂ ਠੀਕ ਰਹਿੰਦਾ, ਕੀ ਕਰੀਏ? ਬਾਣੀ ਪੜਿਆ ਕਰ। ਹੋਰ ਕੀ ਮੰਤਰ ਫੂਕ ਮਾਰਨੀ ਤੈਨੂੰ? ਕਹਿੰਦਾ ਜੀ ਸੁਖਮਨੀ ਸਾਹਿਬ ਪੜਦੇ ਐ। ਮੈਂ ਕਿਹਾ ਸੁਖਮਨੀ ਸਾਹਿਬ ਕਹਿੰਦਾ ਕਦੇ ਸੁਣਿਆ ਹੈ ਕੁਛ? ਦੁਖੀ ਬੜਾ? ਕਹਿੰਦਾ ਹਾਂ।
ਸਰੀਰ ਨਹੀਂ ਠੀਕ, ਕਹਿੰਦਾ ਹਾਂ। ਮੈਂ ਕਿਹਾ ਪੜ੍ਹ ਸੁਖਮਣੀ ਸਾਹਿਬ, ਸੁਣ ਹੁਣ ਮੈਂ ਸੁਣਾਉਣਾ ਤੈਨੂੰ। ਕਹਿੰਦਾ ਦੱਸੋ। ਮੈਂ ਪੜ੍ਹਦਾ ਨਾ, ਕਹਿੰਦਾ ਹਾਂ। ਮੈਂ ਕਿਹਾ ਦੁੱਖ ਸੁਖ ਪ੍ਰਭ ਦੇ ਬਣਹਾਰ, ਦੁੱਖ ਤੇ ਸੁਖ ਪ੍ਰਭੂ ਨਿਰਾਕਾਰ ਵਾਹਿਗੁਰੂ ਦੇਣ ਵਾਲਾ ਹੈ। ਬੋਲੋ ਸਤਨਾਮ ਵਾਹਿਗੁਰੂ ਜੀ। ਦੁੱਖ ਸੁਖ ਪ੍ਰਭ ਦੇ ਬਣਹਾਰ, ਅਵਰ ਛਾੜ ਤੂੰ ਤਸੈ ਚਿਤਾਰ। ਆ ਛੱਡ ਦੇ ਆ ਲੱਲੂ ਪੰਜੂਆਂ ਦਾ ਖੇੜਾ, ਉਹਨੂੰ ਚੇਤੇ ਕਰਿਆ ਕਰ। ਸੁਖਮਣੀ ਸਾਹਿਬ ਤਾਂ ਇਹ ਕਹਿੰਦਾ, ਜੋ ਕਿਛ ਕਰੇ ਸੋਈ ਸੁਖ ਮਾਨ, ਭੁੱਲਾ ਕਾਏ ਫਿਰੈ ਅਜਾਨ। ਉਹ ਜਿਹੜਾ ਕੁਛ ਵੀ ਦੇ ਰਿਹਾ ਦੁੱਖ ਸੁੱਖ ਤੇਰੇ ਭਾਣੇ ਹੋਵੇ, ਕਿਸ ਪੈ ਹੱਥ ਸੁਣਾਈਐ। ਸੁਖਮਣੀ ਸਾਹਿਬ ਤਾਂ ਇਹ ਕਹਿੰਦਾ, ਜਿਹੜਾ ਕੁਛ ਵੀ ਵਾਹਿਗੁਰੂ ਕਰਦਾ ਭਾਣੇ ਚ ਆ ਜਾ। ਜੋ ਕਿਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੈ ਅਜਾਨ। ਕਿਉਂ ਭੁੱਲ ਕੇ ਦਰਾਂ ਦਰਾਂ ਤੇ ਠੋਕਰਾਂ ਖਾਂਦਾ ਫਿਰਦਾ ਹੈ। ਜਿਨ੍ਹਾਂ ਨੂੰ 100 ਗੁਣੇ ਉੱਚਾ ਤੇਰਾ ਦਰਜਾ ਹੈ, ਉਹਨਾਂ ਬੀੜੀਆਂ ਫੂਕਣ ਵਾਲਿਆਂ ਕੋਲੇ ਜਾ ਕੇ ਹੱਥ ਜੋੜਦਾ ਇਹ। ਉਹਨਾਂ ਮੂਹਰੇ ਹੱਥ ਜੋੜਦਾ, ਮਰ ਜਾ ਜਿਉਂਦਾ ਹੀ ਤੂੰ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਗੁਰਸਿੱਖ ਦਾ ਦਰਜਾ ਕਿੱਡਾ ਉੱਚਾ ਹੈ, ਦੇਵਤਿਆਂ ਤੋਂ ਵੀ ਉੱਚਾ ਹੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ। ਉਹ ਗੁਰੂ ਨਾਨਕ ਨੇ ਇਹਨੂੰ ਹੀ ਦੇਵਤਾ ਬਣਾਤਾ, ਦੇਵੀ ਗੁਣਾ ਨਾਲ ਭਰ ਕੇ ਬਣਾਇਆ ਨਹੀਂ। ਕੌਡੇ ਨੂੰ ਰਾਖਸ਼ੀ ਔਗਣ ਕੱਢ ਕੇ ਗੁਣ ਭਰ ਦਿੱਤੇ। ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ। ਕਿਹਨੇ? ਗੁਰੂ ਨਾਨਕ ਜੀਆਂ ਨੇ। ਹੋਰ ਮਨ ਹੋਰ ਚੋਰ ਮਨ ਹੋਰ ਹੋਇਆ, ਰੋਏ ਕੈ ਪੁਕਾਰਿਆ। ਉਹ ਸੱਜਣਾ ਦੇ ਨਾਮ ਹੇਠਾਂ ਠੱਗਿਆ ਜਹਾਨ ਸਾਰਾ, ਜਿਹਨੇ ਬਾਹਰੀ ਲਿਬਾਸ ਪਾ ਕੇ ਸੱਜਣ ਬਣ ਕੇ ਲੋਕਾਂ ਨੂੰ ਠੱਗਿਆ। ਉਹ ਠੱਗਿਆ ਗਿਆ, ਆਪ ਹੱਥ ਕੰਨਾਂ ਨੂੰ ਲਵਾ ਲਿਆ। ਜੇ ਗੁਰੂ ਨਾਨਕ ਨੇ ਮਾਰਿਆ ਨਾ ਬਾਣ ਬਾਣੀ ਦਾ, ਉਜਲ ਕੇਹਾ ਚਿਲਕਣਾ ਘੁੱਟਮ ਕਲੜੀ ਮਸ, ਝੁੱਟਦਿਆਂ ਝੂਠਣਾ ਉਤਰੈ ਜੇ ਸੋ ਧੋਵੈ ਤਿਸ। ਉਹ ਸੱਜਣ ਸਹੀ ਨਾਨਕਾ ਚੱਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਕਿਸਰ। ਮਾਰਿਆ ਨਹੀਂ, ਬਣਾਇਆ ਨਹੀਂ ਦੇਵਤਾ। ਕਿੰਨੇ ਕੁ ਬਣਾਏ। ਤਾਰੇ ਗਣੇ ਜਾਤ ਹੈ ਨਾ, ਤਾਰੇ ਗਣੇ ਜਾਤ ਹੈ। ਗੁਰੂ ਨਾਨਕ ਨੇ ਜਿਹੜੇ ਤਾਰ ਦਿੱਤੇ, ਦੇਵੀ ਗੁਣਾ ਨਾਲ ਭਰ ਦਿੱਤੇ। ਉਹ ਤੂੰ ਹੱਥ ਅੜਦਾ ਫਿਰਦਾ। ਸੁਖਮਣੀ ਸਾਹਿਬ ਸੁਣਿਆ ਕਰ ਕੀ ਕਹਿੰਦਾ, ਜਪਜੀ ਸਾਹਿਬ ਨੂੰ ਸੁਣਿਆ ਕਰ ਕੀ ਕਹਿੰਦਾ। ਭੁੱਲਾ ਕਾਏ ਫਿਰੈ ਅਜਾਨ, ਕੌਣ ਵਸਤਾ ਆਈ ਤੇਰੇ ਸੰਗ। ਕਿਹੜੀ ਚੀਜ਼ ਲੈ ਕੇ ਆਇਆ ਸੀ ਜਿਹੜੀ ਤੇਰੀ ਗਵਾਚ ਗਈ, ਦਿਨ ਰਾਤ ਲੱਗਿਆ ਹੋਇਆ ਗਾਫਲਾ। ਲੱਟ ਰਿਓ ਰਸ ਲੋਭੀ ਪਤੰਗ, ਕਹਿੰਦੇ ਲੋਭੀ ਕਹਿੰਦੇ ਪਤੰਗੇ ਵਾਂਗੂ ਕਿਉਂ ਦਿਨ ਰਾਤ ਆ ਮਾਇਆ ਦੇ ਰਸਾਂ ਵਿੱਚ ਭੱਜਿਆ ਫਿਰਦਾ। ਰਾਮ ਨਾਮ ਜਪ ਹਿਰਦੇ ਮਾਹੇ, ਤੂੰ ਤਾਂ ਬਾਹਰ ਹੀ ਨਹੀਂ ਜਪਦਾ, ਹਿਰਦੇ 'ਚ ਕਿੱਥੋਂ ਜਪ ਲੇਗਾ। ਪਹਿਲਾਂ ਬਾਹਰ ਜਪੇਗਾ ਫਿਰ ਹਿਰਦੇ 'ਚ ਜਪਿਆ ਜਾਊਗਾ। ਕਿਉਂਕਿ ਹਿਰਦੇ ਦੇ ਵਿੱਚ ਪਸੰਤੀ ਬਾਣੀ ਹੈ, ਬਾਹਰ ਬੋਲ 'ਚ ਬੈਖਰੀ ਬਾਣੀ ਜਿਹੜੀ ਆਪਾਂ ਬੋਲੀ ਜਾਂਦੇ। ਇਹਨੂੰ ਜਪ ਕੇ ਹੀ ਹਿਰਦੇ ਵਿੱਚ ਜਾਣਾ ਹੈ। ਆਓ ਮਹਾਰਾਜ ਕਹਿੰਦੇ, ਧਰੇ ਕਾਮਨਾ ਪੜ ਹੈ ਇੱਕ ਮਨ ਪੂਰਨ ਹੋਏ, ਤਾਂ ਕੀ ਤਤਸ਼ਣ ਜੰਤਰ ਮੰਤਰ ਪੁਨ ਤੰਤਰ ਤੇ ਮਹਾਨਾ। ਜਿਹੜਾ ਜਪਜੀ ਸਾਹਿਬ ਹੈ ਨਾ, ਜੰਤਰ ਆ ਜਿਹੜੇ ਤਵੀਤ ਲਿਖਦੇ ਨੇ ਆ ਦਿੰਦੇ ਨਾ ਸਾਨੂੰ, ਸਿੱਖੀ ਵਿੱਚ ਵਰਜਿਤ ਹੈ ਤਵੀਤ ਪਾਉਣਾ, ਪਤਾ ਤੁਹਾਨੂੰ? ਅਮਾਈਆਂ ਭਾਈ ਧਿਆਨ ਦੇ ਦਿਓ, ਸਿੱਖ ਨੇ ਤਵੀਤ ਨਹੀਂ ਪਾਉਣਾ ਹੈਗਾ। ਸਾਡੇ ਹਰਾਮ ਮੰਨਿਆ ਉਹਨੂੰ, ਮੜੀਆਂ ਨੂੰ, ਗੋਰਾਂ ਨੂੰ, ਮਸਾਣੀਆਂ ਨੂੰ ਬਿਲਕੁਲ ਨਹੀਂ ਇਹ ਕੰਮ ਕਰਨਾ। ਜੇ ਗੁਰੂ ਦੇ ਸਿੱਖ ਬਣਨਾ, ਜੇ ਆਪਣੇ ਮਨ ਦੇ ਸਿੱਖ ਬਣਨਾ, ਕੋਈ ਭਲਾ ਸੁਆਹ ਖਾਈ ਜਾਓ, ਭਲਾ ਤਵੀਤ ਪਾਈ ਜਾਓ, ਕੋਈ ਪ੍ਰੋਬਲਮ ਨਹੀਂ, ਕਰੀ ਜਾਓ ਜਿਹੜਾ ਕੁਝ ਤੁਸੀਂ ਕਰਨਾ। ਜੇ ਗੁਰੂ ਦੇ ਸਿੱਖ ਬਣਨਾ ਤਾਂ ਇਹ ਕੰਮ ਛੱਡਣੇ ਪੈਣਗੇ। ਜੰਤਰ ਮੰਤਰ ਜਿਹੜੇ ਸ਼ਕਤੀਆਂ ਦੇ ਪੁਜਾਰੀ ਨੇ, ਮੰਤਰ ਜਪਣ ਵਾਲੇ, ਕੋਈ ਦੁਰਗਾ, ਕੋਈ ਭੈਰੋ, ਕੋਈ ਕਾਲਕਾ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ, ਉਹਨਾਂ ਕੋਲ ਜਾਣ ਦੀ ਲੋੜ ਨਹੀਂ। ਜੰਤਰ ਮੰਤਰ ਪੁਨੈ ਤੰਤਰ, ਤੰਤਰ ਜਿਹੜੇ ਬਲੀਆਂ ਦਿੰਦੇ ਨੇ ਤਾਂਤਰਿਕ ਲੋਕ। ਜਿਹੜਾ ਜਪਜੀ ਸਾਹਿਬ ਹੈ ਨਾ, ਜੰਤਰ ਮੰਤਰ ਪੁਨ ਤੰਤਰ ਤੇ ਮਹਾਨਾ, ਇਹਨਾਂ ਤਿੰਨਾਂ ਨਾਲੋਂ ਵੱਡਾ ਹੈ। ਬਾਣੀ ਦੀ ਕੋਈ ਰੀਸ ਨਹੀਂ ਕਰ ਸਕਦਾ। ਨਾ ਦੁਆਪਰ ਦੇ ਮੰਤਰ, ਨਾ ਤ੍ਰੇਤੇ ਦੇ, ਨਾ ਸ਼ੰਕਰਾਚਾਰਿਆ ਵਰਗੇ ਕਲਯੁਗ ਵਾਲਿਆਂ ਦੇ। ਬਾਣੀ ਸਭ ਤੋਂ ਸ੍ਰੇਸ਼ਟ ਹੈ। ਧੁਰ ਕੀ ਬਾਣੀ ਆਈ ਤੈਨਾਂ ਸਗਲੀ ਚਿੰਤ। ਬਾਣੀ ਤੋਂ ਛੋਟੀਆਂ ਚੀਜ਼ਾਂ ਨੇ ਇਹ। ਅਸੀਂ ਸ਼ਕਤੀਆਂ ਦੇ ਪੁਜਾਰੀ ਨਹੀਂ ਹੈ, ਅਸੀਂ ਅਕਾਲ ਦੇ ਪੁਜਾਰੀ ਹਾਂ। ਅਕਾਲ ਦੇ। ਜੰਤਰ ਮੰਤਰ ਪੁਨ ਤੰਤਰ ਤੇ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ। ਇਹ ਭੂਤਾਂ ਦੀਆਂ ਨਸਲਾਂ, ਭੂਤ ਦੈਂਤ ਪ੍ਰੇਤ, ਜਖ ਕਿਨਰ ਪਿਸਾਚ,
ਕਈ ਕੋਟ ਜਖ ਕਿੰਨਰ ਤੇ ਸਾਚ ਸੁਖਮਣੀ ਸਾਹਿਬ, ਇਹ ਭੂਤਾਂ ਦੀਆਂ ਵੈਰਾਈਟੀਆਂ ਐ, ਸਮਾਂ ਨਹੀਂ ਵਿਸਥਾਰ ਕਰਾਂ। ਕਹਿੰਦੇ ਜੰਤਰ ਮੰਤਰ ਪੁਨ ਤੰਤਰ ਤੇ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ। ਭੂਤ ਪ੍ਰੇਤ ਦੈਂਤ ਬਲ ਵਾਲਾ ਹੋਵੇ ਤਾਂ ਕਾ ਨਿਕਟ ਨਾ ਆਵੇ ਕੋਊ, ਉਹਦੇ ਨੇੜੇ ਵੀ ਨਹੀਂ ਆ ਸਕਦਾ। ਕਿਹਦੇ ਜਪ ਜੀ ਪਠਨ ਪ੍ਰੀਤ ਨਰ ਜੋ, ਜਿਹੜਾ ਬੰਦਾ ਮਨੁੱਖ ਜਪ ਜੀ ਸਾਹਿਬ ਦੀ ਬਾਣੀ ਪੜਦਾ ਹੈ, ਉਹਦੇ ਨੇੜੇ ਨਾ ਜੰਤਰ ਨਾ ਮੰਤਰ ਨਾ ਤੰਤਰ ਨਾ ਭੂਤ ਨਾ ਪ੍ਰੇਤ ਨਾ ਦੈਂਤ ਉਹਦੇ ਨੇੜੇ ਨਹੀਂ ਆ ਸਕਦੇ। ਇਹ ਜਪ ਜੀ ਸਾਹਿਬ ਦਾ ਮਹੱਤਵ ਹੈ। ਇੱਕ ਰੂਹ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਤਪੁਰਖਾਂ ਦਾ ਗ੍ਰੰਥ ਹੈ, ਸੇਕ ਨੇਹਿਆ। ਸੇਕ ਨੇਹਿਆ ਗ੍ਰੰਥ ਹੈ, ਉਹ ਪੜ੍ਹ ਕੇ ਦੇਖਿਓ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਦੇ ਵਿੱਚ ਜ਼ਿਕਰ ਆਉਂਦਾ ਇੱਕ ਰੂਹ ਆਈ ਮਹਾਂਪੁਰਸ਼ਾਂ ਕੋਲੇ, ਕੋਈ ਗੁਰਮੁਖ ਮਿਲਣ ਆਏ, ਉਹ ਬੜੀ ਤੰਗ ਸੀ। ਜਦ ਰੂਹ ਆਈ ਤੇ ਉੱਥੇ ਲਿਖਿਆ ਵੀ ਸੰਤ ਮਹਾਰਾਜੀਆਂ ਨੇ ਜਪਜੀ ਸਾਹਿਬ ਦੀ ਬਾਣੀ ਅੱਧਾ ਘੰਟਾ ਲਾ ਕੇ ਪੜ੍ਹੀ। ਉਹ ਜਿਉਂ-ਜਿਉਂ ਕਹਿੰਦੇ ਉਹ ਪੜ੍ਹਦੇ ਗਏ, ਫਿਰ ਉਹ ਰੂਹ ਵਿੱਚੋਂ ਧੂਆਂ ਜਿਹਾ ਨਿਕਲ ਗਿਆ। ਰੂਹ ਦੇ ਵਿੱਚੋਂ ਉਹ ਰੂਹ ਦਾ ਭਾਵ ਕਲਿਆਣ ਹੋ ਗਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਪ੍ਰੈਕਟੀਕਲ ਵੀ ਬਹੁਤ ਨੇ, ਤੁਹਾਡੇ ਨਾਲ ਸਾਂਝਾ ਕੀ ਕਰਾਂ, ਤੁਸੀਂ ਤਾਂ ਦੇਖਿਆ ਹੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਇਸ ਕਰਕੇ ਉੱਥੇ ਖਿਆਲ ਕਰੋ, ਕਹਿੰਦੇ ਇਸ਼ਨਾਨ ਕਰਕੇ ਹਜੇ ਜਪਜੀ ਸਾਹਿਬ ਦਾ ਮਹਾਤਮ ਤਾਂ ਬਹੁਤ ਲੰਮਾ ਤੁਹਾਨੂੰ ਦੱਸਿਆ, ਬਹੁਤ ਵਾ, ਪਰ ਇੰਨਾ ਹੀ ਬਹੁਤ ਹੈ। ਇਹਨਾਂ ਜੰਤਰਾਂ ਕੋਲੇ ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ, ਮੰਤਰਾਂ ਵਾਲਿਆਂ ਕੋਲੇ ਤਾਂਤਰਿਕਾਂ ਕੋਲੇ ਕੋਈ ਜਾਣ ਦੀ ਲੋੜ ਨਹੀਂ। ਸਿੱਖ ਨੂੰ ਪਿਆਰ ਨਾਲ ਬੈਠ ਕੇ ਅੱਧਾ ਘੰਟਾ ਲਾ ਕੇ ਜਪਜੀ ਸਾਹਿਬ ਪੜ੍ਹ ਲਿਆ ਕਰੋ। ਕਿਵੇਂ ਪੜ੍ਹਦੇ ਹੁੰਦੇ ਪਤਾ? ਸ਼ੁਰੂ ਕਰਿਆ ਪਤਾ ਉਦੋਂ ਲੱਗਿਆ ਭਰੀਆ ਹੱਥ ਪੈਣ ਤਨ ਦੇ, ਤੇ ਉਹ ਪਤਾ ਹੀ ਨਹੀਂ ਦੂਜੀਆਂ ਪੌੜੀਆਂ ਵੀ ਕਿਵੇਂ ਲੰਘ ਗਈਆਂ, ਪਤਾ ਹੀ ਨਹੀਂ ਲੱਗਿਆ। ਜਿੱਥੋਂ ਮਨ ਛੱਡ ਜਾਂਦਾ ਉੱਥੋਂ ਸਟਾਰਟ ਕਰੋ। ਜਿਵੇਂ ਸੁਣਿਆ ਤੋਂ ਛੱਡ ਗਿਆ ਉਹਨੂੰ ਫੇਰ ਮੋੜ ਕੇ ਲਿਆਓ, ਸੁਣਿਆ ਤੋਂ ਫੇਰ ਲਾ ਲਓ। ਮੰਨੇ ਨੂੰ ਛੱਡ ਗਿਆ, ਮੰਨੇ ਦੀ ਗੱਤ ਤੋਂ ਫੇਰ ਉਹਨੂੰ ਉੱਥੇ ਲਿਆਓ। ਜਿੱਥੋਂ ਬਾਣੀ ਛੱਡ ਕੇ ਮਨ ਗਏ ਹਾਜ਼ਰ ਹੋ ਗਿਆ ਉਹਨੂੰ ਮੋੜ ਕੇ ਫੇਰ ਲਾਓ। ਇਹ ਵੀ ਮਹਾਂਪੁਰਖਾਂ ਦਾ ਵਚਨ ਸੀ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ। ਮਹਾਂਪੁਰਖ ਕਹਿੰਦੇ ਸੀ ਮੂਲ ਮੰਤਰ ਚ ਦਿਨ ਵਿੱਚ ਤੂੰ ਜਿੰਨੇ ਵਾਰੀ ਮਰਜੀ ਜਪਦਾ ਕਰਦਾ, 25 ਵਾਰੀ ਮਨ ਨੂੰ ਸੁਣਾ ਕੇ ਕਰਨਾ ਸ਼ੁਰੂ ਕਰ ਦੇ। ਕਹਿੰਦੇ 2 ਮਹੀਨੇ 2.5 ਮਹੀਨਿਆਂ ਵਿੱਚ ਤੇਰਾ ਮਨ ਟਿਕਣਾ ਸ਼ੁਰੂ ਹੋ ਜਾਊਗਾ। ਇਹ ਅਨੁਭਵ ਦੇ ਵਚਨ ਨੇ। ਤੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕੌਣ ਸੀ ਮਹਾਂਪੁਰਖ? ਜਿਨ੍ਹਾਂ ਨੂੰ ਟਕਸਾਲ ਵੀ ਕਹਿੰਦੀ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਤਪੁਰਖ ਕਹਿੰਦੇ ਅਸੀਂ ਵੀ ਇਹਨਾਂ ਮਹਾਂਪੁਰਖਾਂ ਤੋਂ ਆਪਣੀਆਂ ਬੈਟਰੀਆਂ ਚਾਰਜ ਕਰਨ ਆਉਂਦੇ ਆ। ਕਿੰਨੀ ਕਮਾਈ ਹੋ ਗਈ ਇਹਨਾਂ ਸਤਪੁਰਖਾਂ ਦੀ, ਰਹੋ ਵਿਚਾਰ ਉੱਥੇ ਖਿਆਲ ਕਰੀਏ। ਕਹਿੰਦੇ ਜਪਜੀ ਸਾਹਿਬ ਦਾ ਫਲ ਕਰ ਇਸ਼ਨਾਨ ਪੜ੍ਹੈ ਜਪ ਜਾਪ। ਨੰਬਰ 2 ਤੇ ਜਿਹੜਾ 5 ਬਾਣੀਆਂ ਦਾ ਨਿਤਨੇਮ ਕਰਨਾ ਹੈ। ਅੱਗੇ ਸੁਣੀਏ। ਹਾਂਜੀ। ਦਰਸ਼ਨ ਕਰੇ ਮੇਰਾ ਪੁੰਨ ਆਏ, ਆਦਮ ਸੋ ਬੈਠ ਗੁਰ ਹਿਤ ਚਿਤ ਲਾਏ। 1 ਨੰਬਰ ਵਾਹਿਗੁਰੂ ਮੰਤਰ ਦਾ ਜਾਪ, ਫਿਰ 5 ਬਾਣੀਆਂ ਦਾ ਨਿਤਨੇਮ। ਦਰਸ਼ਨ ਕਰੈ ਮੇਰਾ ਪੁੰਨ ਆਏ, ਦੁਬਾਰਾ ਪੁਨः ਬਣੇ ਦੁਬਾਰਾ, ਫਿਰ ਆ ਕੇ ਮੇਰਾ ਦਰਸ਼ਨ ਕਰੇ। ਤੇ ਬੈਠਣਾ ਕਿਵੇਂ? ਆਦਮ ਸੂ ਬੈਠ ਗੁਰ ਹਿਤ ਚਿਤ ਲਾਏ। ਗੁਰੂ ਦੇ ਭੈ ਵਿੱਚ ਸਤਿਕਾਰ ਨੂੰ ਮੁੱਖ ਰੱਖ ਕੇ ਬੈਠੀ, ਆਦਮ ਦੇ ਨਾਲ ਹਿਤ ਚਿਤ ਲਾਏ। ਗੁਰੂ ਦੇ ਵਚਨਾਂ ਵਿੱਚ ਆਪਣੇ ਪ੍ਰੇਮ ਦੇ ਨਾਲ ਸ਼ਰਵਣ ਕਰਨਾ, ਇਹ ਨੰਬਰ 3 ਸਿੱਖ ਦਾ ਕਰਮ ਹੈ। ਹਾਂਜੀ। 3 ਪਹਿਰ ਜਬ ਬੀਤੇ ਜਾਣ, ਕਥਾ ਸੁਣੇ ਗੁਰ ਹਿਤ ਚਿਤ ਲਾਣ। 3 ਪਹਿਰ ਜਦ ਬੀਤੇ ਜਾਣ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ। ਸਮੇਂ ਬਾਰੇ ਦੱਸਿਆ ਤੁਹਾਨੂੰ, ਵਿਸੂਏ ਚੱਸਿਆਂ ਘੜੀਆਂ ਪਹਿਰਾਂ 33 ਵਾਰੀ ਮਾਉ ਹੋ। ਅਰਥ ਸੁਣੇ ਨਾ ਬਹੁਤ ਵਾਰੀ ਇਹਦੇ ਤੁਸੀਂ। ਜਦੋਂ 3 ਪਹਿਰ ਬੀਤ ਗਏ, ਚੌਥਾ ਪਹਿਰ ਆ ਗਿਆ। 3 ਘੰਟਿਆਂ ਦਾ ਇੱਕ ਪਹਿਰ ਹੁੰਦਾ, 3 ਤੋਂ 6 ਦਾ ਸਮਾਂ। ਤੇ ਜਦੋਂ 3 ਵੱਜ ਗਏ, ਸਮਾਂ ਕੱਢ ਕੇ ਜਿਹੜੇ ਗੁਰ ਇਤਿਹਾਸਿਕ ਸਥਾਨ ਹੈ ਉਹਨਾਂ ਤੇ ਅੱਜ ਵੀ ਸੂਰਜ ਪ੍ਰਕਾਸ਼ ਦੀ ਕਥਾ, ਇਤਿਹਾਸਿਕ ਗ੍ਰੰਥ, ਗੁਰਬਾਣੀ ਦੀ ਕਥਾ,
ਨਾਨਕ ਪ੍ਰਕਾਸ਼ ਦੀ ਕਥਾ, ਇਹ ਸਾਰੇ ਸਾਡੇ ਜਿਹੜੇ ਪੁਰਾਤਨ ਮਹਿਮਾ ਪ੍ਰਕਾਸ਼ ਦੀ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੀ ਕਥਾ, ਇਹ ਜਿੰਨੇ ਪੁਰਾਤਨ ਗ੍ਰੰਥ ਆ ਸਾਡੇ ਉਹਨਾਂ ਦੀ ਕਥਾ ਹੁੰਦੀ ਹੈ ਅੱਜ ਵੀ ਇਤਿਹਾਸਿਕ ਸਥਾਨਾਂ ਤੇ। ਕਹਿੰਦੇ ਸਮਾਂ ਕੱਢ ਕੇ ਨੰਬਰ 4 ਜਾ ਕੇ ਗੁਰਮੁਖਾ ਕਥਾ ਸੁਣ, ਗੁਰੂ ਦੀ ਚਿੱਤ ਲਾ ਕੇ ਸੁਣ ਹਰ ਕਥਾ ਉਤਾਰੀ ਮੈਲ। ਕਹਿੰਦੇ 3 ਪਹਿਰ ਜਦੋਂ ਬੀਤ ਗਏ ਫਿਰ ਸਮਾਂ ਕੱਢ ਲਈ, ਫਿਰ ਜਾ ਕੇ ਜਿਹੜੀ ਕਥਾ ਹੁੰਦੀ ਆ ਉਹਨੂੰ ਸ਼ਰਵਣ ਕਰ, ਜਿਹੜੀ ਗੁਰਧਾਮਾਂ ਦੀ ਮਰਿਆਦਾ ਹੈ ਅੱਜ ਵੀ ਚੱਲਦੀ ਹੈ। ਹਾਂਜੀ ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਜਾਸ। ਜਦੋਂ ਸੰਧਿਆ ਦਾ ਵੇਲਾ ਹੋ ਗਿਆ ਉਦੋਂ ਰਹਿ ਰਸ ਦੀ ਬਾਣੀ ਸੁਣ ਜਾਂ ਪੜ। ਜਿਹੜੇ ਦਿਨ ਵਿੱਚ ਤੂੰ ਪਾਪ ਕਰੇ ਨੇ ਚਿਤਵੇ ਹੈ ਨਾ, ਜਦੋਂ ਰਹਿ ਰਸ ਦੀ ਬਾਣੀ ਪੜੇਗਾ ਉਹ ਸਾਰੇ ਪਾਪ ਨਾਲ ਦੀ ਨਾਲ ਹੀ ਖਤਮ ਹੋ ਜਾਣਗੇ। ਇਹ ਨਿਤਨੇਮ ਦਾ ਭਾਵ ਹੁੰਦਾ ਹੈ। ਜਿਹੜੇ ਤੇਰੇ ਦਿਨ ਵਿੱਚ ਮਾੜਾ ਦੇਖਿਆ, ਮਾੜਾ ਸੁਣਿਆ, ਮਾੜਾ ਬੋਲਿਆ, ਉਹ ਸਾਰਾ ਰਹਿ ਰਸ ਦੀ ਬਾਣੀ ਪੜਨ ਨਾਲ ਖਤਮ ਹੋ ਜਾਂਦਾ ਹੈ। ਸੰਧਿਆ ਸਮੇਂ ਸੁਣੈ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਜਾਸ। ਫਿਰ ਕੀਰਤਨ ਸੋਲੇ ਦਾ ਪਾਠ ਹੈ ਜਿਹੜਾ, ਜਾਂ ਆਰਤੀ ਦੇ ਸ਼ਬਦ ਗਾਇਨ ਕਰਦੇ ਆ, ਇਹਨਾਂ ਨੂੰ ਸੁਣਨਾ ਕਰਨਾ ਕਰ। ਤੇ ਰਹਿ ਰਸ ਪਤਾ ਤੁਹਾਨੂੰ ਯਾਦ ਆ 1704 ਦਾ ਸਮਾਂ, 22 ਦਸੰਬਰ 1704 ਈਸਵੀ ਗੁਰੂ ਕਲਗੀਧਰ ਮਹਾਰਾਜ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ ਕੁਰਬਾਨੀਆਂ ਹੋ ਗਈਆਂ ਨੇ, ਸ਼ਹੀਦੀਆਂ ਪਾ ਗਏ ਨੇ, ਸ਼ਹੀਦੀ ਦਾ ਜਾਮ ਪੀ ਗਏ ਐ। ਬਾਬਾ ਦਇਆ ਸਿੰਘ ਹੋਰਾਂ ਨੇ ਬੈਰਾਗ ਕੀਤਾ ਕਲਗੀਧਰ ਪਾਤਸ਼ਾਹ ਦੇ ਕੋਲੇ। ਗੁਰੂ ਕਲਗੀਧਰ ਕਹਿੰਦੇ ਦਇਆ ਸਿਆ ਐ ਲੱਗਦਾ ਸੰਧਿਆ ਦਾ ਵੇਲਾ ਹੋ ਗਿਆ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਵਿਛਾਈ ਕਰੋ ਬਰਾਗ ਨਾ ਕਰੋ, ਰਹਿ ਰਸ ਦੀ ਬਾਣੀ ਪੜਨੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਜਿਹੜੇ ਸਿਆਣੇ ਗੁਰਸਿੱਖ ਹੈ ਨਾ, ਸੁਚੇਤ ਹੈ, ਨਾਨਕ ਗੁਰੂ ਨੇ ਚੇਤਣੀ ਮਨ ਆਪਣੇ ਸੁਚੇਤ। ਜਿਹੜੇ ਸੁਚੇਤ ਜਾਗੇ ਹੋਏ ਸਿੱਖ ਨੇ, ਉਹ ਜਦੋਂ ਸੰਧਿਆ ਦਾ ਵੇਲਾ ਹੋਇਆ ਆਪਾਂ ਬੈਠੇ ਆ ਨਾ ਤਾਂ ਰਿਸ਼ਕ ਜਾਂਦੇ ਉੱਥੋਂ ਰਿਸ਼ਕ ਜਾਂਦੇ ਨੇ। ਉਹ ਅੱਧੇ ਘੰਟੇ ਬਾਅਦ ਫੇਰ ਆ ਗਏ, ਕਹਿੰਦੇ ਕਿੱਥੇ ਗਿਆ ਸੀ? ਕਹਿੰਦਾ ਰਹਿ ਰਸ ਦੀ ਬਾਣੀ ਪੜ੍ਹ ਕੇ ਆਇਆ। ਆਖੋ ਸਤਿਨਾਮ ਵਾਹਿਗੁਰੂ ਜੀ। ਉੱਥੇ ਕਲਗੀਧਰ ਨੇ ਯਾਦ ਕਰਾਇਆ ਸੀ, ਉਹ ਦਇਆ ਸਿਆ ਜਿੰਨਾ ਮਰਜੀ ਔਖੀ ਦਾ ਸਮਾਂ ਹੋਵੇ, ਮੁਸੀਬਤ ਦਾ ਸਮਾਂ ਹੋਵੇ, ਪਰ ਗੁਰਸਿੱਖ ਨੇ ਨਿਤਨੇਮ ਨਹੀਂ ਛੱਡਣਾ। ਇਹਦੇ ਚਮਕੌਰ ਦੀ ਗੜੀ ਨੂੰ ਜਾਂਦਿਆ ਆਨੰਦਪੁਰ ਦਾ ਕਿਲਾ ਛੱਡ ਕੇ ਜਾਂਗੇ ਮੈਦਾਨ ਵਿੱਚ ਕਿਹਾ ਸੀ ਨਾ ਸਰਸਾ ਦੇ ਕੰਢੇ, ਕਹਿੰਦੇ ਦਇਆ ਸਿਆ ਅੰਮ੍ਰਿਤ ਵੇਲਾ ਹੋ ਗਿਆ। ਕਹਿੰਦੇ ਮਹਾਰਾਜ ਫੇਰ ਕਹਿੰਦੇ ਵਿਛਾਈ ਕਰ, ਕੀਰਤਨ ਕਰਨਾ ਸਾਰੀਵਾਲ ਦਾ। ਉੱਥੇ ਵੀ ਇਹ ਕਿਹਾ ਸੀ ਦਇਆ ਸਿੰਘਾ ਭਾਵੇਂ ਪਰ ਲੋ ਆ ਜੇ, ਸਿੱਖ ਨੇ ਨਿਤਨੇਮ ਨਹੀਂ ਛੱਡਣਾ। ਇਤਨਾ ਔਖੀ ਦੀ ਘੜੀ ਵਿੱਚ ਗੁਰੂ ਨੇ ਸਾਨੂੰ ਦੱਸਿਆ ਕਿ ਹੁਣ ਅਸੀਂ ਕੀ ਕਹਿੰਦੇ ਆ? ਕਹਿੰਦੇ ਜੀ ਖੰਡ ਪਾਠ ਚੱਲਦੇ ਤਾਂ ਬਾਣੀ ਨਿਤਨੇਮ ਨਹੀਂ ਕਰਨਾ ਚਾਹੀਦਾ। ਉਦੋਂ ਤਾਂ ਕਲਗੀਧਰ ਕੋਲੇ ਖੜਾ ਹੀ ਕਹੀ ਜਾਂਦਾ ਸੀ ਆਸਾ ਦੀ ਵਾਰ ਸੁਣਾਓ, ਤੇ ਹੁਣ ਇਹ ਕਲਗੀਧਰ ਬੈਠਾ ਨਹੀਂ ਸਾਹਮਣੇ। ਉਦੋਂ ਬਾਣੀ ਕਿੱਥੇ ਸੀ? ਕਲਗੀਧਰ ਦੇ ਅੰਦਰ ਸੀ, ਪ੍ਰਕਾਸ਼ ਸੀਗੀ। ਪ੍ਰਕਾਸ਼ ਤੋਂ ਬਾਣੀ ਲਿਖਾਈ ਹੈ ਗੁਰੂ ਗੋਬਿੰਦ ਸਿੰਘ ਨੇ। 30 ਅਗਸਤ ਲੰਘਿਆ ਆਪਣੇ ਸਾਬੋ ਕੀ ਤਲਵੰਡੀ ਪਰਸੋਂ ਮਨਾਈ ਗਈ ਆ ਉਹ ਸੰਪੂਰਨਤਾ ਦਿਵਸ। ਉਹ ਕਲਗੀਧਰ ਨੇ ਤਾਂ ਸਾਰੀ ਬਾਣੀ ਲਿਖਾਈ ਸੀ, ਹੋਰ ਕਿਹਨੇ ਲਿਖਾਈ ਸੀ? ਕਿਹੋ ਜਿਹੀਆਂ ਅਸੀਂ ਅਟਕਲ ਪੱਚੂ ਗੱਲਾਂ ਵਿੱਚ ਪੈਦਾ ਕਰਦੀਆਂ। ਉਹ ਨਿਤਨੇਮ ਤਾਂ ਸੁਣਾਉਣਾ ਹੀ ਗੁਰੂ ਨੂੰ ਹੈ, ਹੋਰ ਕਿਹਨੂੰ ਸੁਣਾਉਣਾ ਹੁੰਦਾ? ਸੰਤ ਮਹਾਰਾਜ ਜੀ ਵੱਡੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਪਣੇ ਮਹਾਂਪੁਰਖ ਦੀਵਾਨ ਲਾਉਣ ਗਏ। ਉੱਥੇ ਸੰਗਤਾਂ ਜਿਹੜੇ 10 ਕੁ ਜਾਣੇ ਸੀਗੇ, ਮਹਾਂਪੁਰਖਾਂ ਨੇ 2 ਘੰਟੇ ਕੀਰਤਨ ਦੀਵਾਨ ਕੀਤਾ, ਵਾਪਸ ਆ ਗਏ। ਜਦੋਂ ਵਾਪਸ ਆਏ ਨਾ ਤੇ ਉਹ ਨਾਲ ਦੇ ਸਿੰਘ ਪੁੱਛਣ ਲੱਗ ਗਿਆ, ਇੱਕ ਬਾਬਾ ਜੀ ਵੀ ਬੰਦੇ ਤਾਂ 10 ਹੀ ਸੀਗੇ, ਆਪ ਜੀ ਨੇ 2 ਘੰਟੇ ਲਾਤੇ। ਉਹ ਕਹਿੰਦੇ ਫਿਰ ਕੀ ਹੋ ਗਿਆ ਮੂਰਖ? ਕਹਿੰਦੇ ਅਸੀਂ ਉਹ ਬੰਦਿਆਂ ਨੂੰ ਥੋੜੀ ਸੁਣਾਉਣ ਗਏ ਸੀ, ਅਸੀਂ ਤਾਂ ਗੁਰੂ ਦਾ ਦਿੱਤਾ ਹੋਇਆ ਸਭ ਕੁਝ ਗੁਰੂ ਨੂੰ ਸੁਣਾ ਕੇ ਆਏ ਆ। ਉਹਨਾਂ ਦੀ ਬਿਰਤੀ ਤਾਂ ਇਹ ਹੁੰਦੀ ਹੈ। ਕਹਿੰਦੇ ਤੁਸੀਂ ਇਹ ਕਿਵੇਂ ਸੋਚ ਲਿਆ? ਆਖੋ ਸਤਿਨਾਮ ਵਾਹਿਗੁਰੂ ਜੀ। ਗੁਰੂ ਨੇ ਤਾਂ ਇੰਨਾ ਪੱਕਾ ਕੀਤਾ ਸੀ ਔਖੀ ਦੇ ਸਮੇਂ ਵਿੱਚ ਵੀ, ਤੇ ਇਹ ਨਿਤਨੇਮ ਨੇ ਸਿੱਖ ਦੇ ਜਿਹੜੇ ਇਹਨਾਂ ਬਾਰੇ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ।
ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਵੇਲਾ ਫਲ। ਮਹਾਰਾਜ ਕਹਿੰਦੇ ਜੇ ਇਹਦੇ ਵਿੱਚੋਂ ਇੱਕ ਨੇਮ ਵੀ ਪੱਕਾ ਕਰ ਲੈ ਨਾ ਸਿੱਖ, ਆ ਜਿਹੜੇ 5-6 ਨਿਤਨੇਮ ਦੇ ਦੱਸੇ ਆ ਕਰਮ, ਉਹਨੂੰ ਫਲ ਕੀ ਮਿਲੇਗਾ? ਪਾਤਸ਼ਾਹ ਕਹਿੰਦੇ ਸੁਣੋ ਹੁਣ ਬਾਣੀ ਪੜਨ ਦਾ ਫਲ ਕੀ ਦੱਸਿਆ। इनमें नेम हो एक कराए, सो सिख अमरपुरी में जाए। ਇਨਮੇ ਨੇਮ ਹੋ ਏਕ ਕਰਾਏ, ਜਿਹੜੇ 6 ਨੇਮ ਦੱਸ ਦਿੱਤੇ ਸਿੱਖ ਦੇ, ਇਹਨਾਂ ਵਿੱਚੋਂ ਕੋਈ ਇੱਕ ਵੀ ਪੱਕਾ ਕਰ ਲਵੇ ਉਹ ਅਮਰ ਹੋ ਜਾਂਦਾ ਹੈ, ਗੁਰੂ ਦੀ ਪੁਰੀ ਵਿੱਚ ਜਾਂਦਾ ਹੈ, ਗੁਰੂ ਦੀ ਪੁਰੀ ਵਿੱਚ। ਹੁਣ ਤਾਂ ਸਮਾਂ ਹੋ ਰਿਹਾ ਹੈ, ਗੁਰੂ ਆਪ ਲੈਣ ਆਉਂਦਾ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਹੋਰ ਪੰਜਾਂ ਨੂੰ ਗੁਰੂ ਦੇ ਨਾਲ ਲਾਉਂਦਾ ਹੈ, ਗੁਰੂ ਦੇ ਲੜ ਲਾਉਂਦਾ ਹੈ, ਉਹਨੂੰ ਕਹਿੰਦੇ ਮੈਂ ਆਪ ਲੈਣ ਆਉਣਾ। ਗੁਰੂ ਗਿਆ ਥੋੜੀ ਹੈ ਕਿਤੇ, ਗੁਰੂ ਸਰੀਰ ਥੋੜੀ ਸੀ, ਗੁਰੂ ਤਾਂ ਹਾਜ਼ਰੀ ਨਾਜ਼ਰ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉਹ ਤਾਂ ਹੈਗਾ ਹੀ ਆ। ਉਹਨੇ ਕਿਤੋਂ ਆਉਣਾ ਆ? ਤੁਸੀਂ ਸੁਣਿਆ ਨਾ ਬਹੁਤ ਵਾਰੀ, ਉਹ ਆਪਣੇ ਰੀਵਾ ਜ਼ਿਲ੍ਹਾ ਦੇ ਵਿੱਚ, ਹੁਣ ਤਾਂ ਜ਼ਿਲ੍ਹਾ ਬਣ ਗਿਆ, ਉਦੋਂ ਰਿਆਸਤ ਹੁੰਦੀ ਸੀ। ਉਹ ਮੁਸਲਮਾਨ ਪਠਾਨ ਜਿਹੜਾ ਬਜ਼ੁਰਗ ਮਿਲ ਕੇ ਆਏ ਸੀ ਆਪਣੇ ਸਿੱਖ ਉੱਥੋਂ ਜੜਾਹੇ ਤੋਂ ਸਿੰਘ, ਉਹ ਮੁਸਲਮਾਨ ਹਾਜੀ ਹੁਸੈਨ ਜਿਹਨੂੰ ਕਲਗੀਧਰ ਨੇ ਦਰਸ਼ਨ ਦੇ ਕੇ ਜਿਹੜਾ ਪਿਆ ਸੀਗਾ ਜੁੜਿਆ, ਕਈ ਸਾਲਾਂ ਤੋਂ ਸਰੀਰ ਕੰਮ ਨਹੀਂ ਕਰਦਾ, ਡੈੱਡ ਬੋਡੀ ਸੀ, ਉਹਨੂੰ ਵੀ ਤੰਦਰੁਸਤੀਆਂ ਬਖਸ਼ੀਆਂ। ਆਖੋ ਸਤਿਨਾਮ ਵਾਹਿਗੁਰੂ ਜੀ। ਗੁਰੂ ਕਿਤੇ ਗਿਆ? ਗੁਰੂ ਤਾਂ ਹਾਜ਼ਰ ਨਾਜ਼ਰ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਕਹਿੰਦੇ ਇਹਨਾਂ ਵਿੱਚੋਂ ਇੱਕ ਸਿੱਖ ਵੀ ਕੋਈ ਇੱਕ ਨੇਮ ਵੀ ਪਕਾ ਲਵੇ, ਸੋ ਸਿੱਖ ਅਮਰਪੁਰੀ ਕੋ ਜਾਏ, ਉਹ ਗੁਰੂ ਦੀ ਪੁਰੀ ਵਿੱਚ ਜਾਂਦਾ ਹੈ। ਆਪਾਂ ਕਿੱਥੇ ਹਟਦੇ ਆ? ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਜੇ ਕੋਈ ਸਿੱਖ 5 ਨੇਮ ਹੀ ਕਰ ਲਵੇ ਫੇਰ ਕੀ ਹੋਊਗਾ? ਆ ਜਿਹੜੇ 5 ਨੇਮ ਆਪ ਜੀਆਂ ਨੇ ਦੱਸੇ ਐ, ਸਵੇਰੇ ਉੱਠ ਕੇ ਵਾਹਿਗੁਰੂ ਮੰਤਰ ਸਿਮਰਨ, ਫਿਰ 5 ਬਾਣੀਆਂ, ਫਿਰ ਗੁਰੂ ਘਰੇ ਜਾਣਾ, ਫਿਰ ਕਥਾ ਸੁਣਨੀ, ਸ਼ਾਮ ਨੂੰ ਸੰਧਿਆ ਸੋਹਲੇ ਦੀ ਬਾਣੀ ਪੜ੍ਹਨੀ। ਜੇ ਇਹ 5 ਹੀ ਕੋਈ ਧਾਰਨ ਕਰ ਲੇ ਫੇਰ ਉਹਨੂੰ ਕੀ ਫਲ ਹੈ? ਹੁਣ ਬਾਣੀ ਦਾ ਫਲ ਪਤਾ ਲੱਗ ਗਿਆ। ਤੇ ਅੱਗੇ ਮਹਾਰਾਜ ਕਹਿੰਦੇ ਹੁਣ ਸੁਣ ਫਿਰ 5 ਧਾਰਨ ਕਰਨ ਦਾ ਫਲ। 5 नेम पुर सिख जो तारे, 21 कुल कुटुंब को तारे। ਜਿਹੜਾ ਵੀ ਗੁਰਸਿੱਖ 5 ਨੇਮ ਧਾਰਨ ਕਰ ਲੇਗਾ ਉਹ 21 ਕੁੱਲ ਆਪਣੀਆਂ 21 ਕੁੱਲਾਂ ਸਮੇਤ ਪਰਿਵਾਰ ਤਾਰ ਕੇ ਲੈ ਜਾਊਗਾ। ਪਰ ਨਿਤਨੇਮ ਕਰਨਾ ਔਖਾ ਹੈ, ਰੌਲਾ ਅਸੀਂ ਬਹੁਤ ਪਾਇਆ ਹੋਇਆ। ਜੇ ਹੱਥ ਖੜੇ ਕਰਾਉਣੇ ਹੋਏ ਤੇ 100 ਚੋਂ 90 ਉਹੀ ਆ, ਮੈਂ ਵਿੱਚ ਹੀ ਆ ਜਿਹੜੇ ਨਿਤਨੇਮ ਹੀ ਨਹੀਂ ਕਰਿਆ ਹੋਣਾ ਸਵੇਰ ਦਾ। ਆਖੋ ਸਤਿਨਾਮ ਵਾਹਿਗੁਰੂ ਜੀ। ਫਿਰ ਰਾਜ ਕਰੇਗਾ ਖਾਲਸਾ, ਕਹਿੰਦੇ ਆਖੋ ਸਤਿਨਾਮ ਵਾਹਿਗੁਰੂ ਜੀ। ਰਾਜ ਤਾਂ ਹੀ ਹੋਊਗਾ, ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਬਨਾਸੀ। ਤੈਥੋਂ ਤਾਂ ਇੰਦਰੇ ਹੀ ਨਹੀਂ ਬਸ ਹੋਏ, ਤੈਥੋਂ ਤਾਂ ਆਪਣਾ ਸਰੀਰ ਹੀ ਨਹੀਂ ਕੰਟਰੋਲ ਵਿੱਚ, ਤੂੰ ਕਿਹੜੇ ਰਾਜ ਦੀ ਗੱਲ ਕਰਦਾ? ਕਿਹੜੇ ਰਾਜ ਦੀਆਂ ਗੱਲਾਂ ਕਰਦਾ ਤੂੰ? ਜੇ ਦਿੱਲੀ ਤਖਤ ਦਾ ਰਾਜ ਦੇਣਾ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਜ਼ਫਰ ਨੂੰ ਦਿੱਤਾ ਸੀ, ਬਾਬਾ ਦਇਆ ਸਿੰਘ ਨੂੰ ਭੇਜ ਕੇ, ਕਿ ਪਾਤਸ਼ਾਹ ਬਾਬੇ ਦਇਆ ਸਿੰਘ ਨੂੰ ਨਹੀਂ ਉਠਾ ਸਕਦੇ ਦਿੱਲੀ ਤਖਤ ਤੇ? ਸੋਚਣ ਵਾਲੀਆਂ ਗੱਲਾਂ ਨੇ। महाराज कहते 5 नेम पुर सिख जो तारै, 21 कुल कुटुंब को तारै, तारा कुटुंब मुक्त सो होए, जन्म मरण ना पावे। कहते तारा कुटुंब नू तारेगा, मुक्त हो जाएगा, जम्मण मरना मुक जाएगा। आखो सतनाम। आओ पढ़ के करिए समाप्ति। गुरु पातशाह कहते फिर नितनेम सिख ने कदे नहीं छड्डना। ये पल्ला है। बाबा नंद सिंह जी कहते होंगे गुरमुखा नितनेम ना छड्डी, गुरु नानक तेरी बाह नहीं छड्डदा। संत बाबा गुरबचन सिंह जी खालसा विद्या मारतंड पिंडरा वाले सतपुर वो कहते सी 100 कड़ा घ्यो दा डुल जावे पर गुरसिखा जिन्ना मर्जी औखा होवे पर नितनेम ना छड्डी। कहते जन्मां जन्मांतरां दे जिहड़े कीते होए पाप कर्म है ना उन्हां दा नाश करदा, उन्हां दा नाश। इस करके गुरु भी सानू कहंदा है, अनुभवियां ने भी सानू यही दस्सिया पढ़ के समाप्ति है, ओ नितनेम ना कदे भी छड्डीए, नितनेम पल्ला गुरां दा, नितनेम ना कदे भी छड्डीए, नितनेम पल्ला गुरां दा, नितनेम ना कदे भी
कहो एक कराए सो सिख अमर पूरी को जाए पांच महम गुर सिख दो तारा 21 बोल दो तारे तारा कुत मुकत से होए जन्म मरण ना पावे सोए आओ गुरमुख प्यारे इस तरह ਦਾ ਕਰਕੇ ਗੁਰੂ ਕਲਗੀਧਰ ਮਹਾਰਾਜ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ ਪਹਿਲਾਂ ਸਤਸੰਗ ਆਈਏ ਸਤਸੰਗੀ ਬਣੀਏ ਫਿਰ ਸੁਣ ਕੇ ਮੰਨ ਕੇ ਜਗਿਆਸੂ ਬਣ ਕੇ ਸਿੱਖ ਬਣੀਏ ਫਿਰ ਉਸ ਤੋਂ ਅੱਗੇ ਸੰਤ ਖਾਲਸਾ ਬਣਦਾ ਹੈ ਉਸ ਤੋਂ ਅੱਗੇ ਬ੍ਰਹਮ ਗਿਆਨੀ ਹੈ ਉਸ ਤੋਂ ਅੱਗੇ ਜੀਵਨ ਮੁਕਤ ਉਸ ਤੋਂ ਅੱਗੇ ਸਤਿਗੁਰ ਦੀ ਫਿਰ ਉਪਾਧੀ ਹੈ ਉਹ ਗੁਰੂ ਸਤਿਗੁਰੂ ਨੂੰ ਪ੍ਰਾਪਤ ਹੈ ਜਿਹੜੀ 8ਵੀਂ ਭੂਮਿਕਾ ਹੈ ਸੋ ਇਸ ਤਰ੍ਹਾਂ ਦਾ ਕਰਕੇ ਪੌੜੀਆਂ ਨੇ ਇਹ ਤਰਾਹ ਪਤ ਪਵੜੀਆਂ ਚੜੀਏ ਹੋਏ 21 ਇੱਕ ਜਮਾ ਈਸ ਵਾਲੇ ਈਸ਼ਵਰ ਇੱਕ ਵਾਹਿਗੁਰੂ ਦੇ ਵਿੱਚ ਮਿਲ ਜਾਣਾ 21 ਹੋਈਆਂ ਭੁੱਲਾਂ ਦੀ ਖਿਮਾ ਇੰਨੀ ਬੇਨਤੀ